ਸਿਰ ਚਰਨਨ ਪਰ ਧਾਰ, ਤਿਨ ਸੰਤਨ ਕਉ ਬੰਦਨਾ। ਸਿਰ ਚਰਨਨ ਪਰ ਧਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਔੜ ਲੱਗੀ ਬਰਕਾ ਵੱਡੀ, ਬੀਤੇ ਦਿਵਸ ਪ੍ਰਤੇਕ ਖੇਤੀ ਲਾਗੀ ਸੁਖਬੇ, ਉਬਰਿਓ ਖੇਤ ਨਾ ਏਕ। ਔੜ ਲੱਗੀ ਬਰਕਾ ਵੱਡੀ, ਬੀਤੇ ਦਿਵਸ ਪ੍ਰਤੇਕ ਖੇਤੀ ਲਾਗੀ ਸੁਖਬੇ, ਉਬਰਿਓ ਖੇਤ ਨਾ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰਿ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾ ਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਜਿਸ ਵੇਲੇ ਗਰੀਬ ਨਵਾਜ ਸਾਹਿਬ ਜੀ ਸਾਨੂੰ ਸੰਸਾਰੀ ਜੀਵਾਂ ਨੂੰ ਉਦਮ ਮਤ ਪ੍ਰੇਰਨਾ ਬਖਸ਼ਿਸ਼ ਕਰਦੇ ਹਨ, ਤਾਂ ਹੀ ਜੀਵ ਸਤ ਸੰਗਤ ਵਿੱਚ ਆ ਕੇ ਬੈਠਦਾ ਹੈ। ਗਰੀਬ ਨਵਾਜ ਸਾਹਿਬ ਜੀ ਨੇ ਫਰਮਾਇਆ ਹੈ, ਉਦਮ ਮਤ ਪ੍ਰਭ ਅੰਤਰ ਜਾਣੀ, ਜਿਉਂ ਪ੍ਰੇਰੇ ਤਿਉਂ ਕਰਨਾ। ਉਦਮ ਤਾਂ ਮਨੁੱਖ ਸਾਰੀ ਜ਼ਿੰਦਗੀ ਕਰਦਾ ਹੈ, ਕਰਨਾ ਵੀ ਚਾਹੀਦਾ ਹੈ, ਪਰ ਉਦਮ ਸੰਸਾਰੀ ਭੱਜ ਦੌੜ ਵਾਸਤੇ ਕਰਦਾ, ਪਦਾਰਥ ਵਾਸਤੇ ਕਰਦਾ। ਇਹ ਨਹੀਂ ਕਿ ਉਹ ਨਹੀਂ ਕਰਨਾ ਚਾਹੀਦਾ। ਮਹਾਰਾਜ ਸਾਹਿਬ ਕਹਿੰਦੇ ਉਦਮ ਕਰਕੇ ਹੀ ਪਦਾਰਥ ਵੀ ਉਦਮ ਕਰਕੇ ਹੀ ਪ੍ਰਾਪਤ ਹੁੰਦਾ, ਪਰ ਸਤ ਸੰਗਤ ਵਾਸਤੇ ਉਦਮ ਜੋ ਕਰਨਾ ਹੈ, ਇਸ ਨੂੰ ਮਹਾਰਾਜ ਦੀ ਅੰਮ੍ਰਿਤ ਬਾਣੀ ਅੰਦਰ ਸ੍ਰੇਸ਼ਟ ਭਲਾ ਉਦਮ ਆਖਿਆ। ਸਗਲ ਉਦਮ ਮਹਿ ਉਦਮ ਭਲਾ, ਸਾਰਿਆਂ ਉਦਮਾਂ ਨਾਲੋਂ ਉਹ ਉਦਮ ਚੰਗਾ ਹੈ। ਹਰਿ ਕਾ ਨਾਮ ਜਪਹੁ ਜੀ ਸਦਾ, ਜੋ ਉਦਮ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ, ਜੋ ਉਦਮ ਕਰਕੇ ਸਤ ਸੰਗਤ ਕੀਤੀ ਜਾਵੇ, ਉਦਮ ਕਰਕੇ ਗੁਰੂ ਸਾਹਿਬ ਜੀ ਦਾ ਦਰਸ਼ਨ ਕੀਤਾ ਜਾਵੇ, ਤਾਂ ਇਹ ਜੀਵਨ ਦਾ ਇਹ ਸਮਾਂ ਸਫਲਾ ਹੁੰਦਾ ਹੈ। ਇਹ ਜੀਵਨ ਦੀਆਂ ਘੜੀਆਂ ਸੁਭਾਗੀਆਂ ਬਣਦੀਆਂ, ਪਰ ਇਹ ਉਦਮ ਵੀ ਤਾਂ ਹੀ ਪ੍ਰਾਪਤ ਹੁੰਦਾ ਹੈ ਜੇ ਗੁਰੂ ਸਾਹਿਬ ਜੀ ਦੀ ਮਿਹਰ ਹੋਵੇ। ਜੇ ਐਸਾ ਉਦਮ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ, ਐਸਾ ਮਤ ਬੁੱਧ ਦੇਣ, ਐਸੀ ਪ੍ਰੇਰਨਾ ਦੇਣ, ਤੇ ਫਿਰ ਹੀ ਜੀਵ ਧਰਮ ਦੇ ਨਾਲ ਜੁੜਦਾ ਹੈ, ਸਤ ਸੰਗਤ ਵਿੱਚ ਆਉਂਦਾ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਇਸ ਉਦਮ ਨੂੰ, ਇਸ ਪੁਰਸ਼ਾਰਥ ਨੂੰ ਸ੍ਰੇਸ਼ਟ ਆਖਿਆ। ਤੋ ਲੜੀਵਾਰ ਰੂਪ ਦੇ ਵਿੱਚ ਸਾਧ ਸੰਗਤ ਜੀ ਦਸ਼ਮੇਸ਼ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਾਬੋ ਕੀ ਤਲਵੰਡੀ ਮਾਲਵੇ ਦੇ ਇਲਾਕੇ ਦਾ ਸਰਵਣ ਕਰ ਰਹੇ ਹਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬੋ ਕੀ ਤਲਵੰਡੀ ਨੂੰ ਭਾਗ ਲਾਏ ਹੋਏ ਹਨ, ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ
जिस वेले एक दिन महाराज साहब जी शिकार खेलन वास्ते दूर गए और उत्थे हिरन का शिकार किया, तो महाराज साहब जी ने उसका पिछोकड़ दसिया सी कि ये साडे घर का खजानची सी, माया सामभण वाला, ते इसने साडी संगत वालों की हुई माया भेंट जो है उन्होंने चुराया भी ते उन्होंने फजूल भी उड़ाया। उस पाप करके इनू जो गुरु घर की चोरी की इसने तां इनू हिरन की जून मिली। महाराज साहब जी ने उस हिरन का शिकार किया, कल्याण की। फिर इसे तरह जो दूर गुरु साहब जी गए तो फिर उत्थे ही किकरां दे हेठां फड़ा कर दिता। कहन लगे कि हुण वापस नहीं मुड़िया जाएगा तो इत्थे ही फड़ा कर दे। किकरां दे हेठां फड़ा किया। कुछ सिंघां ने आख्या महाराज सवेर का कुछ छकिया नहीं है, भुख बहुत लगी, हुण आप जी कहते हो रात इत्थे ही ठहरना है, तो किवें रात लंघी। सतगुरु कहंदे किकरां ते चढ़ जाओ, हिलाउणा दिओ, किकरां नूं हिलाओ, मन भाउंदा पदार्थ छको। वो किकरां दे उत्ते चढ़ करके जदों किकरां नूं हिलाया ते फिर मठियाइयां गिरियां, मन भाउंदा जिहड़ा पदार्थ है, पकवान है, वो संगत ने छकिया। तो इस करके गरीब नवाज सच्चे पातशाह महाराज साहब जी ने किरपा की। तो फिर सतगुरु गरीब नवाज साहब के पास कुछ सिंह बैठे रहे। महाराज कहन लगे सिंघो तुसीं नहीं छकिया? कहन लगे महाराज असीं किवें छकदे, आप जी भी सवेर का कुछ नहीं छकिया। ते सतगुरु सच्चे पातशाह महाराज साहब जी ने उस मौके ते बचन किया कि ये गुरमुख सिंह हैं, इन्हां ने साडे नाल प्रेम किया, ये गुरमुख हैं। ते जिन्हां ने बाकी पदार्थ छकिया, सतगुरु कहन लगे कि ये पेट पालन वाले सिंह, पेट पालन वाले। ते फिर तीजा बचन महाराज ने किया, कहन लगे कई मनमुख सिख भी आ साडे पंथ दे विच, उन्हां नूं भी कहा सिख ही जांदा, पर वो मनमुख वा, करदे मन दीआं मर्जियां वा ते अखवाउंदे वो भी सिंह ही आ। इस करके है तां ये गुरु का पंथ, है तां सारे गुरु के सिंह, पर सिंह कईयां किस्मां दे आज़ा सिंह, कईयां रूपां दे। दशमेश पातशाह ने वेखो 3 बचन कर दिते उत्थे, कहन लगे गुरमुख सिंह वा ते आ दूजे जिहड़े आ पेट पालन वाले सिंह वा, ते कुछ साडे पंथ विच मनमुख सिख भी आ, मनमुख सिंह भी आ। भी लगदा ते सारियां दे नाम नाल सिंह ही आ, सारियां नूं सिंह ही किहा जांदा। ਇਹ ਤਾਂ ਜਾਂ ਹੁਣ ਗੁਰੂ ਨੂੰ ਪਤਾ ਤੇ ਜਾਂ ਬੰਦੇ ਨੂੰ ਆਪ ਪਤਾ ਕਿ ਮੈਂ ਹੁਣ ਕਿਹਨਾਂ ਦੇ ਵਿੱਚ ਆਉਣਾ ਵਾ, ਕਿ ਮੈਂ ਗੁਰਮੁਖਾਂ ਦੇ ਵਿੱਚ ਆਉਣਾ ਵਾ ਜਾਂ ਮਨਮੁਖਾਂ ਦੇ ਵਿੱਚ ਆਉਣਾ, ਕਿ ਜਾਂ ਢਿੱਡ ਭਰਨ ਵਾਲਾ ਹੀ ਆ, ਪੇਟ ਪਾਲਣ ਵਾਲਾ ਹੀ ਆ, ਕਿ ਛਕੀਏ ਕੜਾ ਪ੍ਰਸ਼ਾਦੀਆਂ ਦੇਗਾਂ ਤੇ ਛਕੀਏ ਗੁਰੂ ਦਾ ਲੰਗਰ ਤੇ ਪੇਟ ਭਰ ਗਏ ਤੇ ਚਲੋ ਵੀ ਗੁਰੂ ਕੇ ਸਿੰਘ ਆ, ਸਿੱਖੀ ਆ। ਤੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਰਮੁਖ ਸਿੰਘ ਵਾ ਤੇ ਇਹ ਭੇਟ ਪਾਲਣ ਵਾਲੇ ਸਿੰਘ ਵਾ, ਤੇ ਕੁਝ ਸਾਡੇ ਪੰਥ ਦੇ ਵਿੱਚ ਮਨਮੁਖ ਸਿੰਘ ਵਾ, ਉਹ ਸਿਰਫ ਮਨ ਮਰਜ਼ੀਆਂ ਕਰਨ ਵਾਲੇ ਆ, ਕਹਾਉਂਦੇ ਉਹ ਵੀ ਸਿੰਘ ਹੀ ਆ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੂੰ ਗੁਰਮੁਖ ਸਿੰਘ ਕਹਿੰਦੇ ਹਨ, ਗਰੀਬ ਨਵਾਜ ਸੱਚੇ ਪਾਤਸ਼ਾਹ ਸਾਨੂੰ ਵੀ ਉਹਨਾਂ ਦੇ ਵਿੱਚ ਲਿਆਉਣ, ਸਾਨੂੰ ਵੀ ਮਹਾਰਾਜ ਸਾਹਿਬ ਜੀ ਆਪਣੇ ਗੁਰਮੁਖ ਸਿੰਘ ਬਣਾਉਣ, ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਗੁਰਮੁਖ ਸਿੰਘ ਹੈ। ਇਹ ਗੁਰਮੁਖ ਸਿੱਖ ਹੈ, ਗੁਰਮੁਖ ਨਾਮ ਦਾਨ ਇਸ਼ਨਾਨ। ਜੋ ਗੁਰੂ का गुरमुख सिख है वो ਅੰਮ੍ਰਿਤ ਵੇਲੇ ਇਸ਼ਨਾਨ ਜ਼ਰੂਰ ਕਰਦਾ ਹੈ, ਉਹ ਨਾਮ ਜਪਦਾ ਹੈ ਔਰ ਉਹ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦਾ ਹੈ, ਦਾਨ ਕਰਦਾ ਹੈ ਔਰ ਉਹ ਸਬਰ ਸੰਤੋਖ ਵਿੱਚ ਰਹਿੰਦਾ ਹੈ, ਗੁਰੂ ਕੀ ਦੱਸੀ ਹੋਈ ਰੋਹ ਰੀਤ ਚਾਲੀ ਵਿੱਚ ਚੱਲਦਾ ਹੈ, ਗੁਰੂ ਕੀ ਮਰਿਆਦਾ ਵਿੱਚ ਚੱਲਦਾ ਹੈ। ਤਾਂ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਥੱਲੇ ਕਰ ਦਿੱਤਾ। ਗਰੀਬ ਨਵਾਜ ਸਾਹਿਬ ਜੀ ਨੇ
ਇਹ ਆਪਣੀ ਰਸਨਾ ਤੋਂ ਸਾਧ ਸੰਗਤ ਜੀ 3 ਪ੍ਰਕਾਰ ਦੇ ਸਿੰਘਾਂ ਦਾ ਜ਼ਿਕਰ ਕੀਤਾ, ਜੋ ਆਪਾਂ ਪਿਛਲੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ। ਫਿਰ ਰਾਤ ਉੱਥੇ ਬਤੀਤ ਕਰਕੇ ਤਾਂ ਮਹਾਰਾਜ ਸਾਹਿਬ ਜੀ ਫਿਰ ਸਾਬੋ ਕੀ ਤਲਵੰਡੀ ਆ ਗਏ, ਔਰ ਜਿੱਥੇ ਕਿਕਰਾਂ ਤੋਂ ਮਠਿਆਈਆਂ ਚੜਵਾਈਆਂ ਨਾ ਮਹਾਰਾਜ ਸਾਹਿਬ ਜੀ ਨੇ, ਉਹ ਵੀ ਅਸਥਾਨ ਸੋਭਣੀ ਕਿ ਉੱਥੇ ਗੁਰਦੁਆਰਾ ਸਾਹਿਬ ਸੋਭਣੀ ਹੈ, ਔਰ ਉਸ ਥਾਂ ਦੇ ਉੱਤੇ ਗੁਰੂ ਕੇ ਲੰਗਰ ਔਰ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲਦਾ। ਇਸ ਤਰ੍ਹਾਂ ਮਹਾਰਾਜ ਕਲਗੀਧਰ ਪਾਤਸ਼ਾਹ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਅਸਥਾਨ ਤੇ, ਗੁਰੂ ਕੀ ਕਾਂਸ਼ੀ ਵਾਲੇ ਅਸਥਾਨ ਤੇ ਸ਼ੋਭਾ ਪਾ ਰਹੇ ਆ। ਤੇ ਉੱਥੇ ਕੀ ਹੋਰ ਮਹਾਰਾਜ ਸਾਹਿਬ ਜੀ ਨੇ ਕੌਤਕ ਕੀਤੇ, ਕੀ ਬਖਸ਼ਿਸ਼ਾਂ ਕੀਤੀਆਂ, ਇਹ ਸਾਧ ਸੰਗਤ ਜੀ ਅੱਗੇ ਹੋਰ ਮਹਾਰਾਜ ਦੇ ਪ੍ਰਸੰਗ ਸਾਬੋ ਕੀ ਤਲਵੰਡੀ ਦੇ ਆ ਰਹੇ ਆ। ਦਸ਼ਮੇਸ਼ ਪਾਤਸ਼ਾਹ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਔਰ ਸਭੀ ਵਰਖਾਠੀ ਵਿਚੇ ਸਿੱਤੇ। ਜਦੋਂ ਦਸ਼ਮੇਸ਼ ਪਾਤਸ਼ਾਹ ਸਾਬੋ ਕੀ ਤਲਵੰਡੀ ਨਗਰ ਨੂੰ ਭਾਗ ਲਾ ਰਹੇ ਆ, ਉਹਨਾਂ ਦਿਨਾਂ ਦੇ ਵਿੱਚ ਫਿਰ ਔੜ ਲੱਗ ਗਈ ਤੇ ਮੀਂਹ ਨਹੀਂ ਪੈ ਰਿਹਾ, ਬਰਖਾ ਹਟ ਗਈ ਤੇ ਕਈ ਦਿਨ ਬੀਤ ਗਏ, ਭਾਵ ਮਹੀਨੇ ਬੀਤ ਗਏ। ਤੇ ਉਹਨਾਂ ਦਿਨਾਂ ਦੇ ਵਿੱਚ ਸਾਧ ਸੰਗਤ ਜੀ ਜ਼ਿਆਦੀ ਖੇਤੀ ਮੀਂਹ ਦੇ ਉੱਤੇ ਹੀ ਸੀ ਨਿਰਭਰ। ਮੀਂਹ ਪੈਂਦਾ ਹੁੰਦਾ ਸੀ ਤੇ ਤਾਂ ਹੀ ਰੌਣੀਆਂ ਹੋਣੀਆਂ, ਤਾਂ ਹੀ ਜ਼ਮੀਨ ਵੱਤਰ ਦੇ ਵਿੱਚ ਆਉਣੀ, ਤਾਂ ਹੀ ਲੋਕਾਂ ਨੇ ਬਲਦਾਂ ਦੇ ਨਾਲ ਫਿਰ ਜ਼ਮੀਨਾਂ ਵਾਹੁਣੀਆਂ ਤੇ ਕੋਈ ਫਸਲ ਬੀਜਣੀ। ਜਾਂ ਖੂਹਾਂ ਦੇ ਉੱਤੇ ਹੁੰਦੀ ਸੀ ਖੇਤੀ ਤੇ ਜਾਂ ਮੀਂਹ ਦੇ ਨਾਲ ਹੁੰਦੀ ਸੀ। ਤੇ ਖੂਹ ਵੀ ਵਿਰਲਿਆਂ ਦੇ ਹੁੰਦੇ ਸੀ, ਹਰ ਇੱਕ ਦਾ ਖੂਹ ਨਹੀਂ ਸੀ ਹੁੰਦਾ। ਜਿਹਦਾ ਖੂਹ ਨਹੀਂ ਲੱਗਾ ਉਹ ਤੇ ਮੀਂਹ ਪੈਣ ਕਰਕੇ ਖੇਤੀ ਕਰਦਾ ਸੀ। ਇਸ ਕਰਕੇ ਕਹਿੰਦੇ ਵੀ ਔੜ ਲੱਗ ਗਈ ਆ, ਮੀਂਹ ਪੈਣੋਂ ਹਟ ਗਿਆ, ਕਈ ਦਿਨ ਬੀਤ ਗਏ, ਮਹੀਨੇ ਬੀਤ ਗਏ। ਜਿਹੜੀਆਂ ਬੀਜੀਆਂ ਹੋਈਆਂ ਫਸਲਾਂ ਨਾ ਲੋਕਾਂ ਦੀਆਂ, ਉਹ ਫਸਲਾਂ ਸੁੱਕਣ ਲੱਗ ਪਈਆਂ, ਖੇਤੀ ਸੁੱਕਣ ਲੱਗ ਪਈ। ਇੱਕ ਵੀ ਖੇਤ ਜਿਹੜਾ ਹੈ ਉਹ ਬਚਦਾ ਨਹੀਂ ਦਿਸਦਾ, ਭਾਵ ਸਾਰੀ ਫਸਲ ਕੁਮਲਾ ਰਹੀ ਹੈ, ਖੇਤੀ ਸੁੱਕ ਰਹੀ ਹੈ। ਹੁਣ ਮੀਂਹ ਪਵੇ ਤੇ ਪਾਣੀ ਲੱਗੇ, ਮੀਂਹ ਪੈ ਨਹੀਂ ਰਿਹਾ, ਇਸ ਕਰਕੇ ਖੇਤੀਆਂ ਫਸਲਾਂ ਸੁੱਕ ਰਹੀਆਂ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਵੀ ਇਹ ਬਚਨ ਕਹੇ, ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ। ਇਹ 12 ਮਹਾਬਾਣੀ ਦੇ ਅੰਦਰ ਬਚਨ ਉਹਦਾ ਵਾ ਵੀ ਜਲ ਤੋਂ ਬਿਨਾ ਖੇਤੀ ਕੁਮਲਾ ਜਾਂਦੀ ਹੈ ਤੇ ਫਿਰ ਉਹਦੇ ਤੋਂ ਕਮਾਈ ਨਹੀਂ ਹੁੰਦੀ। ਜਲ ਬਿਨ ਸਾਖ ਕੁਮਲਾਵਤੀ, ਪਾਣੀ ਤੋਂ ਬਿਨਾ ਖੇਤੀ ਕੁਮਲਾ ਜਾਂਦੀ। ਤੋ ਇਸ ਕਰਕੇ ਜਦੋਂ ਮੀਂਹ ਨਹੀਂ ਪਿਆ ਤਾਂ ਫਿਰ ਖੇਤੀਆਂ ਜਿਹੜੀਆਂ ਹਨ ਉਹ ਸੁੱਕ ਰਹੀਆਂ ਹਨ। ਤੇ ਪ੍ਰਜਾ ਲੋਕ ਬਹੁਤ ਜ਼ਿਆਦਾ ਦੁਖੀ ਹੋ ਗਏ ਇਸ ਦੁੱਖ ਕਰਕੇ ਕਿ ਮੀਂਹ ਨਹੀਂ ਪੈ ਰਿਹਾ, ਫਸਲਾਂ ਸੁੱਕਦੀਆਂ ਜਾ ਰਹੀਆਂ। ਜੇ ਫਸਲ ਨਾ ਹੋਈ ਤੇ ਦਾਣੇ ਨਹੀਂ ਘਰੇ ਆਉਣਗੇ, ਦਾਣੇ ਨਾ ਘਰੇ ਆਏ ਤੇ ਪਰਿਵਾਰ ਕੀ ਖਾਵੇਗਾ। ਇਸ ਕਰਕੇ ਸਾਰੀ ਪ੍ਰਜਾ, ਸਾਰੇ ਲੋਕ ਬਹੁਤ ਦੁਖੀ ਹੋਏ। ਇਹ ਸਾਰੇ ਆਪਸ ਵਿੱਚ ਮਿਲ ਕਰਕੇ ਲੋਕ ਇਹ ਗੱਲਾਂ ਬਾਤਾਂ ਕਰਦੇ ਆ ਕਿ ਕਾਲ ਪੈ ਜਾਵੇਗਾ। ਇਸ ਤਰੀਕੇ ਦੇ ਨਾਲ ਕਈ ਮਹੀਨੇ ਲੰਘ ਗਏ ਆ, ਮੀਂਹ ਨਹੀਂ ਪਿਆ ਤੇ ਦੁਰਭਿੱਛ ਪੈ ਜਾਵੇਗਾ, ਕਾਲ ਪੈ ਜਾਵੇਗਾ ਇਲਾਕੇ ਵਿੱਚ, ਦੇਸ਼ ਦੇ ਵਿੱਚ। ਪਾਣੀ ਨਹੀਂ ਮਿਲੇਗਾ, ਮੀਂਹ ਨਹੀਂ ਪਿਆ ਹੈ ਤੇ ਇਹ ਫਸਲਾਂ ਸੁੱਕ ਜਾਣਗੀਆਂ ਤੇ ਖਾਵਾਂਗੇ ਕਿੱਥੋਂ, ਕਾਲ ਪੈ ਜਾਏਗਾ ਸਭ ਪਾਸੇ। ਸਾਰੀ ਪ੍ਰਜਾ, ਸਾਰੇ ਲੋਕ ਇਕੱਠੇ ਹੋ ਕਰਕੇ ਆਪਸ ਦੇ ਵਿੱਚ ਵਿਚਾਰਾ ਕਰਦੇ ਆ ਵੀ ਸਾਡਾ ਫਿਰ ਕੀ ਹਾਲ ਹੋਵੇਗਾ ਜਦੋਂ ਸਾਡੀਆਂ ਫਸਲਾਂ ਹੀ ਸੁੱਕ ਗਈਆਂ, ਕਾਲ ਪੈ ਗਿਆ ਤੇ ਸਾਡਾ ਆਉਣ ਵਾਲਾ ਸਮਾਂ ਫਿਰ ਕੀ ਹਾਲ ਹੋਵੇਗਾ ਸਾਡਾ। ਬਿਨਾ ਅੰਨ ਕਿਉਂ ਜੀਵਨ ਵਿਚਾਰੋ,
ਜੇ ਅੰਨ ਨਾ ਹੋਇਆ ਤੇ ਅੰਨ ਤੋਂ ਬਿਨਾਂ ਸਾਡਾ ਜੀਵਨ ਵੀ ਫਿਰ ਕਿਵੇਂ ਹੋਵੇਗਾ? ਕਿਉਂਕਿ ਸਰੀਰ ਨੂੰ ਸਭ ਤੋਂ ਪਹਿਲਾਂ ਅੰਨ ਹੀ ਚਾਹੀਦਾ। ਅੰਨ ਦੇ ਨਾਲ ਹੀ ਇਹ ਜਿਉਂਦਾ ਰਹਿੰਦਾ। ਇੱਕ ਪਾਣੀ ਚਾਹੀਦਾ ਹੈ ਤੇ ਇੱਕ ਅਨਾਜ ਚਾਹੀਦਾ। ਇਸ ਕਰਕੇ ਰੋਟੀ ਤੋਂ ਬਿਨਾਂ ਕਿਵੇਂ ਸਰੇਗਾ? ਅੰਨ ਤੋਂ ਬਿਨਾਂ ਕਿਵੇਂ ਸਾਡਾ ਜੀਵਨ ਬਚੇਗਾ? ਜਿੰਨੇ ਜ਼ਿਮੀਂਦਾਰ ਹਨ ਸਾਰੇ ਇਲਾਕੇ ਦੇ, ਮਾਲਵੇ ਦੇਸ਼ ਦੇ, ਉਹਨਾਂ ਸਾਰਿਆਂ ਨੇ ਬਹੁਤ ਦੁੱਖ ਪਾਇਆ ਹੈ। ਮਿਲ ਮਿਲ ਕੇ ਬੈਠਦੇ ਆ ਸਾਰੇ ਤੇ ਬੈਠ ਬੈਠ ਕੇ ਪਛਤਾਉਂਦੇ ਆ ਸਾਰੇ। ਆਪਸ ਵਿੱਚ ਮਿਲ ਮਿਲ ਕੇ ਬੈਠ ਬੈਠ ਕੇ ਪਛਤਾਤਾਪ ਕਰਦੇ ਹਨ। ਫਿਰ ਕਈਆਂ ਪਿੰਡਾਂ ਦੇ ਜਿਹੜੇ ਆ ਬਹੁਤੇ ਲੋਕ, ਉਹਨਾਂ ਦਾ ਸਮੁਦਾ ਕਹੀਏ ਬਹੁਤੇ ਜ਼ਿਆਦੇ ਇਕੱਠੇ ਹੋ ਕਰਕੇ ਚਿੱਤ ਚਿੰਤਾ ਬਸ ਇਹ ਇੱਕ ਠਾਈ। ਚਿੱਤ ਵਿੱਚ ਉਹਨਾਂ ਦੇ ਚਿੰਤਾ ਵਸੀ ਹੋਈ ਹੈ ਤੇ ਇੱਕ ਥਾਂ ਤੇ ਸਾਰੇ ਇਕੱਠੇ ਹੋਏ। ਉਹਨਾਂ ਨੇ ਇਕੱਠੇ ਹੋ ਕਰਕੇ ਫਿਰ ਸਲਾਹ ਕੀਤੀ ਹੈ। ਸਾਰੇ ਚਿੰਤਾਜਨਕ, ਚਿੰਤਾ ਦੇ ਸਹਿਤ ਆ। ਕਹਿੰਦੇ ਵੀ ਹੁਣ ਆਪਾਂ ਕੀ ਕਰੀਏ? ਮੀਂਹ ਪਏ ਨੂੰ ਕਈ ਮਹੀਨੇ ਹੋ ਗਏ ਆ ਤੇ ਫਸਲਾਂ ਆਪਣੀਆਂ ਗਈਆਂ ਕੁਮਲਾ। ਜੇ ਮੀਂਹ ਨਾ ਪਿਆ ਤੇ ਫਸਲਾਂ ਜਾਣੀਆਂ ਸੁੱਕ ਤੇ ਅਨਾਜ ਨਹੀਂ ਪੈਦਾ ਹੋਣਾ ਤੇ ਖਾਵਾਂਗੇ ਕੀ? ਆਪਣਾ ਜੀਵਨ ਕਿਵੇਂ ਹੋਵੇਗਾ? ਕਈਆਂ ਪਿੰਡਾਂ ਦੇ ਲੋਕ ਚਿੰਤਾ ਦੇ ਸਹਿਤ ਹੋਏ ਆ, ਇੱਕ ਥਾਂ ਤੇ ਇਕੱਠੇ ਹੋਏ ਹਨ। ਫਿਰ ਜਦੋਂ ਇਕੱਠੇ ਹੋਏ ਤੇ ਸਲਾਹ ਹੋਈ ਤੇ ਸਲਾਹ ਕਰਦਿਆਂ ਕਰਦਿਆਂ ਵਿੱਚੋਂ ਕਿਸੇ ਨੇ ਗੱਲ ਆਖੀ ਕਿ ਆਪਣੇ ਕੋਲੇ ਤੇ ਗੁਰੂ ਗੋਬਿੰਦ ਸਿੰਘ ਆਏ ਹੋਏ ਆਪਣੇ ਇਲਾਕੇ ਦੇ ਵਿੱਚ। ਆਪਣੇ ਇਲਾਕੇ ਦੇ ਵਿੱਚ ਆ ਵੇਖੋ, ਸਾਬੋ ਕੀ ਤਲਵੰਡੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੜਾ ਕੀਤਾ ਹੋਇਆ ਕਈਆਂ ਮਹੀਨਿਆਂ ਦਾ। ਜਿਨ੍ਹਾਂ ਸਤਿਗੁਰਾਂ ਦੇ ਪਾਸੋਂ ਸਾਰੀ ਸੰਗਤ, ਸਾਰੇ ਲੋਕ ਦੇਸ਼ ਵਿਦੇਸ਼ ਦੇ ਆ ਕੇ ਮਨੋਕਾਮਨਾ ਪਾਉਂਦੇ ਆ। ਕੋਈ ਮਹਾਰਾਜ ਸਾਹਿਬ ਤੋਂ ਆ ਕੇ ਦੁੱਧ ਮੰਗਦਾ, ਕੋਈ ਪੁੱਤ ਮੰਗਦਾ ਹੈ, ਕੋਈ ਪਦਾਰਥ ਮੰਗਦਾ ਹੈ, ਕੋਈ ਜ਼ਮੀਨ ਜਾਇਦਾਦ ਮੰਗਦਾ ਹੈ, ਕੋਈ ਲੋਕ ਦੇ ਪਦਾਰਥ ਮੰਗਦਾ, ਕੋਈ ਪ੍ਰਲੋਕ ਵਿੱਚ ਸਹਾਇਤਾ ਮੰਗਦਾ। ਜਿਸ ਵੀ ਕਿਸੇ ਸਿੱਖ ਸੇਵਕ ਦੀਆਂ ਜੋ ਜਿਸ ਤਰ੍ਹਾਂ ਦੀਆਂ ਮਨੋਕਾਮਨਾ ਹੁੰਦੀਆਂ ਉਹ ਆ ਕੇ ਅਰਦਾਸ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਪ੍ਰਾਪਤ ਕਰਦਾ ਹੈ। ਜਿਸ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਜੀ ਦੇ ਕੋਲੋਂ ਸੰਗਤਾਂ ਮਨ ਦੀਆਂ ਕਾਮਨਾ ਪਾਉਂਦੀਆਂ ਹਨ। ਵੇਖੋ, ਇੱਕ ਇੱਕ ਆ ਕਰਕੇ ਸਿੱਖ ਅਰਦਾਸ ਕਰਦਾ ਮਹਾਰਾਜ ਦੇ ਅੱਗੇ, ਆਪਣੀ ਮਨ ਦੀ ਭਾਵਨਾ ਦੱਸਦਾ ਸਤਿਗੁਰੂ ਜੀ ਨੂੰ, ਤੇ ਇਕੱਲੇ ਇਕੱਲੇ ਸਿੱਖ ਦੀ ਮਹਾਰਾਜ ਆਸਾ ਪੂਰੀ ਕਰ ਰਹੇ। ਆਪਣੀਆਂ ਸੰਗਤਾਂ ਦੀਆਂ ਆਸਾ ਪੂਰੀਆਂ ਕਰਦੇ ਆ ਦਸ਼ਮੇਸ਼ ਪਾਤਸ਼ਾਹ। ਜੋ ਕੁਝ ਸਿੱਖ ਮੰਗਦੇ ਆ ਸਤਿਗੁਰੂ ਜੀ ਉਹਨਾਂ ਨੂੰ ਦੇ ਰਹੇ ਹਨ। ਆਪਾਂ ਸਾਰੇ ਦੇਸ਼ ਵਾਸੀ ਇਕੱਠੇ ਹੋ ਕਰਕੇ ਉਹਨਾਂ ਸਤਿਗੁਰਾਂ ਦੇ ਕੋਲੇ ਚੱਲ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਚੱਲ ਗਏ, ਜਿਹੜੇ ਸਤਿਗੁਰੂ ਸਾਰੀਆਂ ਸੰਗਤਾਂ ਦੀ ਆਸਾ ਪੂਰੀ ਕਰਦੇ ਆ। ਤੇ ਆਪਾਂ ਵੀ ਜਾ ਕੇ ਤਰਲਾ ਪਾਵਾਂਗੇ, ਬੇਨਤੀ ਕਰਾਂਗੇ ਤੇ ਆਸਾ ਆਪਣੀ ਵੀ ਪੂਰੀ ਹੋਵੇ। ਆਪਾਂ ਆਪਣੀ ਆਸਾ ਪੂਰੀ ਕਰਨ ਵਾਸਤੇ ਮਹਾਰਾਜ ਦੇ ਪਾਸ ਚੱਲੀਏ। ਆਪਾਂ ਜਾ ਕੇ ਮਹਾਰਾਜ ਦੇ ਕੋਲੋਂ ਮੀਂਹ ਮੰਗੀਏ। ਬਾਕੀ ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ ਹੈ ਤੇ ਆਪਾਂ ਸਾਰੇ ਦੇਸ਼ ਵਾਸੀ ਇਕੱਠੇ ਹੋ ਕੇ ਚੱਲੀਏ ਤੇ ਸਤਿਗੁਰਾਂ ਨੂੰ ਕਹੀਏ ਕਿ ਮਹਾਰਾਜ ਕਿਰਪਾ ਕਰੋ ਤੇ ਮੀਂਹ ਪਵਾ ਦਿਓ। ਸਾਡੀਆਂ ਤੇ ਫਸਲਾਂ ਸੁੱਕ ਚੱਲੀਆਂ, ਨਾਲੇ ਸਾਰੇ ਦੇਸ਼ ਦਾ ਭਲਾ, ਸਾਰੇ ਇਲਾਕੇ ਦਾ। ਕਿਉਂਕਿ ਆਪਣੀਆਂ ਕਿਹੜੀਆਂ ਕੱਲਿਆਂ ਦੀਆਂ, ਸਾਰੇ ਦੇਸ਼ ਦੀਆਂ ਹੀ ਫਸਲਾਂ ਸੁੱਕ ਰਹੀਆਂ। ਇਸ ਕਰਕੇ ਸਾਰੇ ਇਲਾਕੇ ਦੇ, ਸਾਰੇ ਦੇਸ਼ ਦੇ ਭਲੇ ਵਾਸਤੇ ਆਪਾਂ ਜਾ ਕਰਕੇ ਗੁਰੂ ਸਾਹਿਬ ਜੀ ਦੇ ਕੋਲੋਂ ਵਰਖਾ ਮੰਗਣਾ ਕਰੀਏ ਤੇ ਗੁਰੂ ਸਾਹਿਬ ਜੀ ਵਰਖਾ ਪਵਾ ਦੇਣਗੇ, ਮੀਂਹ ਪਵਾ ਦੇਣਗੇ। ਤੇ ਇਹ ਸਾਰੇ ਜੱਗ ਨੂੰ ਹੀ ਜਾਣੋ, ਸਾਰੇ ਦੇਸ਼ ਨੂੰ ਹੀ ਇਹ ਜੀਵਨ ਦਾਨ ਦੇ ਦੇਣਗੇ ਸਤਿਗੁਰੂ ਜੀ। ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਦੇ ਪਾਸ ਇਹ ਸੰਗਤ ਸਾਰੀ ਵਿਚਾਰ ਕਰਕੇ ਆ ਰਹੀ ਹੈ। ਕਈਆਂ ਪਿੰਡਾਂ ਦੀ ਸੰਗਤ ਸਾਰੀ ਨਾਲ ਚੱਲੀ ਆ, ਸੰਗਤ ਪਿੱਛੇ ਲੱਗ ਕੇ ਤੁਰੀ ਆ। ਤੇ ਜਿਹੜੇ ਸਿਆਣੇ ਸਿਆਣੇ ਸੀ ਨਾ ਸਿੱਖ ਵਿੱਚ,
ਉਹਨਾਂ ਨੂੰ ਅੱਗੇ ਕੀਤਾ ਵੀ ਤੁਸੀਂ ਬੇਨਤੀ ਕਰਨੀ, ਅਸੀਂ ਤੁਹਾਡੇ ਨਾਲ ਪਿੱਛੇ ਚੱਲ ਕੇ ਤੁਰਦੇ ਹਾਂ। ਤੇ ਸਿਆਣੇ ਗੁਰਸਿੱਖਾਂ ਨੂੰ ਅਗਵਾਈ ਦਿੱਤੀ ਹੈ, ਉਹਨਾਂ ਨੂੰ ਅੱਗੇ ਕੀਤਾ ਹੈ। ਤਾਂ ਇਹ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਅਸਥਾਨ ਤੇ ਗੁਰੂ ਕੀ ਕਾਂਸ਼ੀ ਸਾਬੋ ਕੀ ਤਲਵੰਡੀ ਆ ਕੇ ਡੇਰੇ ਕਰ ਲਏ ਤੇ ਚੌਹਾਂ ਦਿਸ਼ਾਂ ਦੇ ਮਨੁੱਖ ਘਨੇਰੇ ਬਹੁਤੀ ਗਿਣਤੀ ਵਿੱਚ ਆ ਕਰਕੇ ਮਿਲੇ ਹਨ ਤੇ ਸਾਰਿਆਂ ਨੇ ਕਾਲ ਪੈਣ ਦਾ ਡਰ ਧਾਰਨ ਕੀਤਾ ਹੋਇਆ। ਸਾਰਿਆਂ ਦੇ ਅੰਦਰ ਇਹ ਭੈ ਬਣਿਆ ਹੋਇਆ ਹੈ, ਇਹ ਡਰ ਬਣਿਆ ਹੋਇਆ ਕਿ ਇਸ ਤਰੀਕੇ ਨਾਲ ਜੇ ਮੀਂਹ ਨਾ ਪਿਆ ਤੇ ਫਸਲਾਂ ਤਬਾਹ ਹੋ ਜਾਣੀਆਂ ਤੇ ਕਾਲ ਪੈ ਜਾਣਾ। ਤੋ ਇਸ ਕਰਕੇ ਇਹ ਕਾਲ ਨਾ ਪੈ ਜਾਵੇ, ਇਹ ਡਰ ਭਾਰੀ ਧਾਰਿਆ ਹੋਇਆ ਸਾਰੀਆਂ ਸੰਗਤਾਂ ਨੇ, ਸਾਰੇ ਲੋਕਾਂ ਨੇ। ਤਾਂ ਗੁਰੂ ਸਾਹਿਬ ਜੀ ਦੇ ਪਾਸ ਇਹ ਸਾਰੀਆਂ ਸੰਗਤਾਂ ਆ ਗਈਆਂ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀਵਾਨ ਵਿੱਚ ਬੈਠੇ ਹੋਏ ਆ ਤੇ ਚਾਰ ਚੁਫੇਰੇ ਸੰਗਤਾਂ ਆਈਆਂ ਹਨ। ਸੰਗਤ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮਹਾਰਾਜ ਦਾ ਜਿੱਥੇ ਆਸਣ ਸੀ ਨਾ, ਗੁਰੂ ਸਾਹਿਬ ਦੇ ਆਸਣ ਤੇ ਚਾਰ ਚੁਫੇਰੇ ਸੰਗਤਾਂ ਦਾ ਇਕੱਠ ਹੈ ਤੇ ਚੌਹਾਂ ਪਾਸਿਆਂ ਤੋਂ ਸੰਗਤਾਂ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ ਚੌਹਾਂ ਪਾਸਿਆਂ ਤੋਂ ਸਾਰੀ ਸੰਗਤ ਤੇ ਬੜੇ ਪਿਆਰ ਦੇ ਨਾਲ ਚੌਹਾਂ ਪਾਸਿਆਂ ਤੋਂ ਆ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਗਰੀਬ ਨਵਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤੇ ਫਿਰ ਕਈ ਨਮਸਕਾਰਾਂ ਕਰਕੇ ਤੇ ਬੈਠ ਗਏ ਆ ਮੱਥਾ ਟੇਕ ਕੇ, ਤੇ ਕਈ ਖਲੋਤੇ ਹੋਏ ਹਨ ਹੱਥ ਜੋੜ ਕੇ। ਕਈ ਜਿਨ੍ਹਾਂ ਨੂੰ ਬੈਠਣ ਵਾਸਤੇ ਜਗ੍ਹਾ ਮਿਲ ਗਈ ਹੈ ਉਹ ਬੈਠ ਗਏ, ਕਈ ਖਲੋਤੇ ਹੋਏ ਹਨ। ਤੇ ਫਿਰ ਮਹਾਰਾਜ ਦੇ ਅਰਦਾਸੀਏ ਸਿੱਖ ਨੇ, ਮੇਵੜਾ ਕਹਿੰਦੇ ਅਰਦਾਸੀਏ ਨੂੰ, ਮੇਵੜੇ ਸਿੱਖ ਨੇ ਖਲੋ ਕੇ ਅਰਦਾਸ ਕੀਤੀ ਹੈ ਸਾਰੀ ਸੰਗਤ ਵੀ ਸਾਰੇ ਸੰਗਤ ਨੇ ਉਹ ਮੇਵੜੇ ਸਿੱਖ ਨੂੰ ਦੱਸਿਆ ਹੈ ਆਪਣੀ ਬੇਨਤੀ। ਉਹਨਾਂ ਵਿੱਚੋਂ ਮੁਖੀਆਂ ਨੇ ਦੱਸਣਾ ਸੀ ਜਿਨ੍ਹਾਂ ਨੂੰ ਅੱਗੇ ਲਾਇਆ, ਉਹਨਾਂ ਨੇ ਅਰਦਾਸੀਏ ਸਿੱਖ ਨੂੰ ਦੱਸਿਆ ਵੀ ਮਹਾਰਾਜ ਸਾਹਿਬ ਦੇ ਪਾਸ ਸਾਡੀ ਬੇਨਤੀ ਕਰੋ। ਤੇ ਫਿਰ ਮੇਵੜੇ ਨੇ, ਅਰਦਾਸੀਏ ਨੇ ਦਸ਼ਮੇਸ਼ ਪਾਤਸ਼ਾਹ ਜੀ ਅੱਗੇ ਅਰਦਾਸ ਕੀਤੀ ਸਾਰੀ ਸੰਗਤ ਦੀ। ਮਹਾਰਾਜ ਇਹ ਸਾਰੀ ਸੰਗਤ ਜਿੰਨੀ ਆਈ ਹੈ ਨਾ, ਇਹ ਸਾਰੇ ਦੇਸ਼ ਦੇ ਮਹਾਰਾਜ ਰਾਖੀ ਵਾਸਤੇ ਆਈ ਤੇ ਸਾਰੀ ਸੰਗਤ ਵੱਲੋਂ ਬੇਨਤੀ ਹੈ ਕਿ ਆਪ ਸਾਰੇ ਜੱਗ ਦੀ ਰਖਵਾਲੀ ਕਰੋ, ਸਾਰੇ ਦੇਸ਼ ਦਾ ਭਲਾ ਕਰੋ। ਮਹਾਰਾਜ ਸੰਗਤ ਦੀ ਬੇਨਤੀ ਇਹ ਹੈ ਕਿ ਆਕਾਸ਼ ਦੇ ਵਿੱਚ ਬੱਦਲ ਨਹੀਂ ਦਿਸ ਰਹੇ, ਔੜ ਲੱਗੀ ਬਹੁਤ ਜ਼ਿਆਦਾ, ਫਸਲਾਂ ਸੁੱਕ ਗਈਆਂ, ਕਮਲਾ ਗਈਆਂ। ਜੇ ਮੀਂਹ ਨਾ ਪਿਆ ਤੇ ਫਸਲਾਂ ਮਾਰੀਆਂ ਜਾਣੀਆਂ, ਅਨਾਜ ਪੈਦਾ ਨਹੀਂ ਹੋਣਾ। ਕਿਸੇ ਪਾਸੇ ਕੋਈ ਬੱਦਲ ਨਹੀਂ ਦਿਸ ਰਿਹਾ ਆਕਾਸ਼ ਦੇ ਵਿੱਚ। ਤੇ ਸਾਰੇ ਮਹਾਰਾਜ ਦੇਸ਼ਾਂ ਦੇ ਜਿਹੜੇ ਖੇਤ ਵਾ ਉਹ ਸੁੱਕ ਰਹੇ ਹਨ। ਮਹਾਰਾਜ ਹੁਣ ਦੀਆਂ ਫਸਲਾਂ ਤੇ ਇਹ ਅਨਾਜ ਜੇ ਖਤਮ ਹੋ ਗਿਆ, ਜੇ ਫਸਲਾਂ ਮਾਰੀਆਂ ਗਈਆਂ, ਜੇ ਅਨਾਜ ਖਤਮ ਹੋ ਗਿਆ, ਮਹਾਰਾਜ ਇਹ ਸਾਰੀ ਸੰਗਤ ਦੀ ਬੇਨਤੀ ਆ ਆਪ ਜੀ ਦੇ ਚਰਨਾਂ ਪਾਸ ਵੀ ਫਿਰ ਸਾਰੇ ਦੇਸ਼ ਵਾਸੀਆਂ ਦੀ ਜੀਵਨ ਦੀ ਆਸ ਨਹੀਂ ਹੈ, ਕਿਉਂਕਿ ਅਨਾਜ ਦੇ ਨਾਲ ਹੀ ਜੀਵਨ ਹੈ। ਤੇ ਜੇ ਮਹਾਰਾਜ ਅੰਨ ਖਤਮ ਹੋ ਗਿਆ, ਮੀਂਹ ਨਾ ਪਿਆ ਤੇ ਅੰਨ ਪੈਦਾ ਨਹੀਂ ਹੋਣਾ, ਤੇ ਫਿਰ ਇਹ ਜੀਵਨ ਵੀ ਨਹੀਂ ਬਚਣਾ ਲੋਕਾਂ ਦਾ। ਮਹਾਰਾਜ ਇਹ ਸਾਰੀ ਆਪ ਜੀ ਦੀ ਸੰਗਤ ਹੈ ਤੇ ਆਪਣੀ ਸੰਗਤ ਜਾਣ ਕਰਕੇ ਇਹਨਾਂ ਦੀ ਰਖਵਾਲੀ ਕਰੋ, ਸੰਗਤ ਨੂੰ ਬਚਾਓ ਆਪ ਜੀ। ਇਹ ਸੱਚੇ ਪਾਤਸ਼ਾਹ ਆਪ ਜੀ ਬਚਨ ਕਰੋ ਤੇ ਬਚਨ ਕਰਕੇ ਮੀਂਹ ਪਵਾ ਦਿਓ ਜੀ। ਸੰਗਤ ਦੀ ਅਰਦਾਸ ਬੇਨਤੀ, ਸੰਗਤ ਕਹਿ ਰਹੀ ਹੈ ਵੀ ਮਹਾਰਾਜ ਮੀਂਹ ਪਵਾਓ, ਫਸਲਾਂ ਤਾਂ ਬਚਣਗੀਆਂ। ਇਹ ਅਰਜੀ ਸੰਗਤ ਦੀ ਅਰਜੀ ਆ, ਅਰਦਾਸੀਏ ਨੇ ਮਹਾਰਾਜ ਪਾਸ ਸੁਣਾ ਦਿੱਤੀ ਆ। ਸੰਗਤ ਦੀ ਅਰਦਾਸ, ਸੰਗਤ ਦੀ ਬੇਨਤੀ ਮੇਵੜੇ ਸਿੱਖ ਨੇ ਮਹਾਰਾਜ ਨੂੰ ਸੁਣਾਤੀ ਬੇਨਤੀ ਕਰਕੇ, ਤੇ ਸੰਗਤ ਦੀ ਬੇਨਤੀ ਸੁਣ ਕੇ ਸਤਿਗੁਰੂ ਵੀਰ ਰਸ ਵਿੱਚ ਆ ਗਏ। ਸੋਹਣੇ ਅਰਜੀ
ਮਹਾਰਾਜ ਸਾਹਿਬ ਨੇ ਜਦੋਂ ਸੰਗਤ ਦੀ ਅਰਜੀ ਸੁਣੀ ਆ ਤੇ ਉਸ ਮੌਕੇ ਤੇ ਗਰੀਬ ਨਵਾਜ ਸਾਹਿਬ ਜੀ ਫਿਰ ਵੀਰ ਰਸ ਵਿੱਚ ਆਏ ਹਨ ਡੱਲੇ ਜਿਸ ਅਮਦੋਕ ਅਲਾਇਓ ਤੇ ਭਾਈ ਡੱਲੇ ਚੌਧਰੀ ਦੀ ਤਰਫ ਵੇਖਿਆ। ਡੱਲੇ ਜੀ ਦੀ ਤਰਫ ਵੇਖ ਕਰਕੇ ਮਹਾਰਾਜ ਸਾਹਿਬ ਜੀ ਨੇ ਤੇ ਬਚਨ ਕੀਤਾ ਹੈ। ਸਰਬਤ ਕੋ ਤੋ ਵਿਸਾਲਾ ਮਹਾਰਾਜ ਕਹਿੰਦੇ ਭਾਈ ਡੱਲਿਆ ਉੱਠ, ਵੀਰ ਰਸ ਵਿੱਚ ਆਏ ਹੋਏ ਤੇ ਦੀਵਾਨ ਸਾਰਾ ਹੀ ਭਰਿਆ ਹੋਇਆ, ਸੰਗਤਾਂ ਬਹੁਤੀਆਂ ਬੈਠੀਆਂ ਹੋਈਆਂ ਤੇ ਇਕੱਠ ਜ਼ਿਆਦਾ ਸੀ, ਬਹੁਤੀ ਸੰਗਤ ਖਲੋਤੀ ਵੀ ਹੋਈ ਹੱਥ ਜੋੜ ਕੇ ਤੇ ਸਾਰੇ ਮੀਂਹ ਮੰਗਣ ਵਾਸਤੇ ਆਏ। ਵੱਖ-ਵੱਖ ਪਿੰਡਾਂ ਦੇ ਲੋਕ, ਮਾਲਵੇ ਦਾ ਇਕੱਠ ਹੋਇਆ ਤੇ ਸਤਿਗੁਰੂ ਕਹਿੰਦੇ ਭਾਈ ਡੱਲਿਆ ਉੱਠ, ਵੀਰ ਰਸ ਵਿੱਚ ਆ ਕੇ ਕਹਿੰਦੇ ਆ ਤੇ ਕਹਿੰਦੇ ਇੰਦਰ ਨੂੰ ਘੁੱਟ। ਸੁਰਪਤ ਜਿਹੜਾ ਦੇਵਤਿਆਂ ਦਾ ਰਾਜਾ ਨਾ ਇੰਦਰ, ਮਹਾਰਾਜ ਕਹਿੰਦੇ ਆ ਵੀ ਉਹਨੂੰ ਇੱਕ ਰਾਂ ਹੱਥੋਂ ਵਿਸਾਲਾ, ਹੱਥੋਂ ਮੈਨੇ ਵੀ ਕੁੱਟ ਮਾਰ, ਵਿਸਾਲਾ ਮੈਨੇ ਜ਼ਿਆਦਾ, ਚੰਗੀ ਤਰ੍ਹਾਂ ਕੁੱਟ ਇੱਕ ਰਾਂ ਆ ਦੇਵਤਿਆਂ ਦੇ ਰਾਜੇ ਇੰਦਰ ਨੂੰ, ਜਿਸ ਕਰਕੇ ਛੇਤੀ ਮੀਂਹ ਭੇਜੇ। ਇਹ ਇੰਦਰ ਦੇਵਤੇ ਨੂੰ ਇੱਕ ਰਾਂ ਚਿੱਤਰਪੌਲਾ ਘਰ ਭਾਈ ਡੱਲਿਆ, ਗੁਰੂ ਬਚਨ ਪਰ ਘਰ ਵਿਸਵਾਸਾ। ਤੇ ਜਦੋਂ ਹੁਣ ਮਹਾਰਾਜ ਨੇ ਬਚਨ ਕੀਤਾ ਵੀ ਇੰਦਰ ਦੇਵਤੇ ਨੂੰ ਕੁੱਟ, ਤੇ ਫਿਰ ਗੁਰੂ ਸਾਹਿਬ ਜੀ ਉੱਤੇ ਭਰੋਸਾ, ਬਚਨ ਦੇ ਉੱਤੇ ਭਰੋਸਾ ਕਰਕੇ ਭਾਈ ਡੱਲੇ ਜੀ ਨੇ ਡੱਲਾ ਉੱਠ ਆਕਾਸ਼ਾ, ਤੇ ਡੱਲਾ ਉੱਠ ਪਿਆ ਤੇ ਤਾਂ ਨੂੰ ਵੇਖਣ ਲੱਗ ਪਿਆ ਆਕਾਸ਼ ਵੱਲ, ਆਕਾਸ਼ ਵੱਲਣ ਨੂੰ ਵੇਖਣ ਲੱਗਾ ਹੈ। ਅਨਹੀ ਸੰਤਕ ਬਗਾਏ ਸਮਾਨੀ। ਹੁਣ ਮਹਾਰਾਜ ਦਾ ਬਚਨ ਨਹੀਂ ਮੋੜਿਆ ਜਾ ਸਕਦਾ। ਗੁਰੂ ਸਾਹਿਬ ਨੇ ਆਖਿਆ ਇੰਦਰ ਨੂੰ ਕੁੱਟ ਡੱਲਿਆ, ਉਹਨੂੰ ਕਹੇ ਮੀਂਹ ਪਾ ਛੇਤੀ, ਤੇ ਸੰਗਤ ਦੇ ਵਿੱਚ ਬਚਨ ਕੀਤਾ। ਡੱਲਾ ਉੱਠਿਆ ਤੇ ਉਹਨੇ ਉੱਠ ਕੇ ਸੰਗਤ ਤੋਂ ਪਾਸੇ ਹੋ ਕੇ ਤੇ ਫਿਰ ਜੋੜਾ ਲੈ ਕੇ, ਆਪਣਾ ਜੁੱਤੀ ਲੈ ਕੇ ਤੇ 7 ਵਾਰੀ ਤਾਹ ਨੂੰ ਮਾਰੀ ਚੁੱਕ ਚੁੱਕ ਕੇ, ਜ਼ੋਰ ਨਾਲ ਮਾਰਦਾ ਵੀ ਇੱਕ ਆਈ, ਇੱਕ ਪਹਿਲਾਂ ਮਾਰੀ ਇੰਦਰ ਦੇ, ਫਿਰ ਦੂਜੀ ਮਾਰੀ ਤਾਹ ਨੂੰ, ਫਿਰ ਤੀਸਰੀ ਵਾਰੀ ਤਾਹ ਨੂੰ ਮਾਰੀ, ਫਿਰ ਚੌਥੀ ਵਾਰੀ, ਫਿਰ ਪੰਜਵੀਂ, ਫਿਰ ਛੇਵੀਂ, ਫਿਰ 7ਵੀਂ ਵਾਰੀ ਫਿਰ ਚੁੱਕ ਕੇ ਮਾਰੀ ਆਪਣੀ ਜੁੱਤੀ ਆਕਾਸ਼ ਵੱਲ। ਇੰਦਰਾ ਆਈ ਆ 7ਵੀਂ ਜੁੱਤੀ ਵੀ ਤੇਰੇ ਸਿਰ 'ਚ। 7 ਵਾਰੀ ਉਹਨੇ ਫਿਰ ਜੂਤ ਵਰਾਇਆ ਇੰਦਰ ਦੇਵਤੇ ਨੂੰ, ਮੁਖਤੇ ਗਾਲੀ ਅਨੰਤ ਨਿਕਾਰੀ। ਤੇ ਮੁਖ ਤੋਂ ਫਿਰ ਕਈ ਗਾਲਾਂ ਗੁਲਾਂ ਵੀ ਕੱਢ ਦਿੱਤੀਆਂ ਆਪਣੇ ਵੱਲੋਂ ਹੀ। ਫਿਰ ਜ਼ਿਆਦਾ ਜੋਸ਼ ਵਿੱਚ ਆ ਗਿਆ ਨਾ, ਮਹਾਰਾਜ ਨੇ ਆਖਿਆ ਵੀ ਇੰਦਰ ਨੂੰ ਕੋਟੇ ਕਰਾਂ ਮੀਂਹ ਪਾਵੇ ਛੇਤੀ, ਤੇ ਡੱਲੇ ਨੇ ਫਿਰ 7 ਜੁੱਤੀਆਂ ਮਾਰੀਆਂ ਤੇ ਫਿਰ ਗਾਲਾਂ ਵੀ ਕੱਢਤੀਆਂ ਆਪਣੇ ਮੂੰਹ ਚੋਂ। ਨਾਨਕ ਹੁਕਮ ਕੋ ਵਰਸਾ ਪੂਰਨ। ਤੇ ਨਾਲੇ ਫਿਰ ਬਾਅਦ 'ਚ ਆਖਿਆ ਵੀ ਇੰਦਰ ਦੇਵਤਿਆ, 10ਵੇਂ ਪਾਤਸ਼ਾਹ ਦਾ ਹੁਕਮ ਆ ਵੀ ਮੀਂਹ ਪਾ ਛੇਤੀ, ਇਸ ਕਰਕੇ ਮਹਾਰਾਜ ਦਾ ਹੁਕਮ ਮੰਨ ਭਾਈ ਤੇ ਛੇਤੀ ਵਰਖਾ ਕਰ। ਹਮ ਵੀ ਬਜਮਾਨੇ ਗੁਰ ਪੂਰਨ। ਡੱਲਾ ਕਹਿੰਦਾ ਵੀ ਇੰਦਰ ਦੇਵਤਿਆ ਮੀਂਹ ਛੇਤੀ ਪਾ ਦੇ। ਅਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਮੰਨਦੇ ਹਾਂ, ਪੂਰੇ ਸਤਿਗੁਰੂ 10ਵੇਂ ਪਾਤਸ਼ਾਹ ਵਾ, ਸੰਗਤ ਸਾਰੀ ਬਚਨ ਮੰਨਦੀ, ਅਸੀਂ ਵੀ ਬਚਨ ਮੰਨਦੇ ਹਾਂ ਮਹਾਰਾਜ ਦਾ, ਤੇ ਬਚਨ ਤੂੰ ਵੀ ਮੰਨ ਤੇ ਮੀਂਹ ਪਾ, ਮਹਾਰਾਜ ਦਾ ਹੁਕਮ ਹੋਇਆ ਹੈ। ਫਿਰ ਡੱਲਾ ਕਹਿੰਦਾ ਵਾ, ਗੱਲਾਂ ਕਰਦਾ ਮਹਾਰਾਜ ਦਾ ਬਚਨ ਨੂੰ, ਕਹਿੰਦਾ ਵੀ ਤ੍ਰਿਲੋਕੀ ਦੇ ਵਿੱਚ ਐਸਾ ਕੌਣ ਆ। ਤ੍ਰਿਲੋਕੀ ਵੀ 3 ਲੋਕਾਂ ਦੇ ਵਿੱਚ, ਮਾਤ ਲੋਕ, ਪਤਾਲ ਲੋਕ ਤੇ ਆਕਾਸ਼ ਲੋਕ, 3 ਲੋਕਾਂ ਦੇ ਵਿੱਚ ਐਸਾ ਕੌਣ ਹੈ। ਭਉ ਨਾ, ਜਿਸ ਦੇ ਮਨ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਡਰ ਨਹੀਂ ਹੈ। ਐਸਾ ਕੌਣ ਹੈ 3 ਲੋਕਾਂ ਦੇ ਵਿੱਚ, ਭਾਵ ਐਸਾ ਕੋਈ ਨਹੀਂ ਹੈ। 3 ਲੋਕ, ਤ੍ਰਿਲੋਕੀ ਸਾਰੀ ਭੈ ਦੇ ਵਿੱਚ ਆ, ਗੁਰੂ ਸਾਹਿਬ ਦੇ ਡਰ ਦੇ ਵਿੱਚ। 3 ਲੋਕਾਂ ਦੇ ਲੋਕ ਸਾਰੇ ਮਹਾਰਾਜ ਦਾ ਡਰ ਮੰਨਦੇ। ਇਸ ਕਰਕੇ ਆਕਾਸ਼ ਲੋਕ ਵਾਲੇ ਇੰਦਰ ਦੇਵਤਿਆ, ਤੇਰੇ ਉੱਤੇ ਵੀ ਗੁਰੂ ਸਾਹਿਬ ਦਾ ਹੁਕਮ ਆ, ਤੂੰ ਵੀ ਗੁਰੂ ਕੇ ਡਰ ਹੇਠਾਂ ਤੇ ਬਚਨ ਮੰਨ ਤੇ ਮੀਂਹ ਪਾ ਛੇਤੀ। ਆਪ ਕ੍ਰਿਸ਼ਨ ਰਣ ਕੈ ਜੈ ਪਾਈ, ਰਣ ਕਰ ਜੈ ਪਾਈ। ਤੇ ਆਪ ਸ੍ਰੀ ਕ੍ਰਿਸ਼ਨ ਨੇ ਜੋ ਦੁਆਪਰ ਯੁੱਗ ਦੇ ਅਵਤਾਰ ਹੋਏ, ਕਿ ਉਹਨਾਂ ਨੇ ਤੇ ਇੰਦਰ ਦੇਵਤਿਆ ਤੇਰੇ ਨਾਲ ਜੰਗ ਕੀਤਾ ਸੀ ਤੇ ਫਿਰ ਤੈਨੂੰ ਜਿੱਤਿਆ ਸੀ, ਤੇਰੇ ਤੇ ਜੈ ਪਾਈ ਸੀ। ਪਰ ਸਾਡੇ ਸਤਿਗੁਰੂ ਐਸੇ ਮਹਾਨ ਆ 10ਵੇਂ ਪਾਤਸ਼ਾਹ, ਉਹਨਾਂ ਨੇ ਆਪਣੇ ਦਾਸਾਂ ਨੂੰ ਆਖਿਆ ਵੀ ਜੁੱਤੀ ਫੇਰੋ, ਇਹ ਦੇਵਤੇ ਦੇ ਉੱਤੇ ਤੇ ਮੀਂਹ ਪਾਵੇ। ਗੁਰੂ ਸਾਹਿਬ ਜੀ ਨੇ ਆਪਣੇ ਦਾਸਾਂ ਦੇ ਕੋਲੋਂ ਤੈਨੂੰ ਮਾਰ ਕਰਵਾਈ ਆ,
ਵੇਖ ਸਾਡੇ ਸਤਿਗੁਰੂ ਕੈਸੇ, ਇਸ ਕਰਕੇ ਬਚਨ ਮੰਨ ਕੇ ਤੇ ਛੇਤੀ ਮੀਂਹ ਪਾ। ਦੇਰ ਨ ਧਰਮ ਕਰੋ ਅਬ ਬਰਖਾ। ਇਹ ਇੰਦਰ ਦੇਵਤਿਆ ਦੇਰ ਨਾ ਕਰ ਤੇ ਛੇਤੀ ਮੀਂਹ ਪਾ, ਹੁਣੇ ਹੀ ਵਰਖਾ ਕਰ। ਕੇ ਸਰਬਤ ਧਰਖਾ। ਜਦੋਂ ਇਸ ਤਰ੍ਹਾਂ ਡੱਲੇ ਨੇ ਆਖਿਆ ਨਾ ਤਾਂ ਨੂੰ ਮੂੰਹ ਕਰਕੇ ਤੇ 7 ਵਾਰੀ ਤਾਂ ਨੂੰ ਆਪਣੀ ਜੁੱਤੀ ਸੁੱਟੀ ਤੇ ਫਿਰ ਇੰਦਰ ਦੇਵਤਾ ਵੀ ਕੰਬ ਗਿਆ ਉਸ ਵੇਲੇ। ਇੰਦਰ ਦੇਵਤਾ ਇਹ ਵੱਖ-ਵੱਖ ਮਹਿਕਮੇ ਆ ਮਹਾਰਾਜ ਸਾਹਿਬ ਜੀ ਨੇ ਦਿੱਤੇ, ਕੋਈ ਕਿਸੇ ਨੂੰ ਦਿੱਤਾ ਕੋਈ ਕਿਸੇ ਨੂੰ ਦਿੱਤਾ। ਜਿਵੇਂ ਉੱਤੇ ਇੱਕੋ ਹੀ ਹੁੰਦਾ ਵਾ ਮੁੱਖ ਮੰਤਰੀ ਤੇ ਥੱਲੇ ਕਈ MLA ਤੇ ਉਦੋਂ ਥੱਲੇ ਹੋਰ ਕਈ ਥਾਣੇਦਾਰ ਤੇ ਥੱਲੇ ਕਈ ਸਿਪਾਹੀ ਤੇ ਅੱਗੇ ਤੋਂ ਅੱਗੇ ਫਿਰ ਉਹ ਸਾਰਾ ਬਦਲਦਾ ਜਾਂਦਾ ਨਾ, ਉੱਤੇ ਤੇ ਇੱਕ ਹੁੰਦਾ ਵਾ। ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਆ, ਪਰ ਉਹਨੇ ਦੇਵੀ ਦੇਵਤੇ ਕਈ ਥਾਪੇ ਹੋਏ ਤੇ ਹਰ ਇੱਕ ਕੰਮ ਕਿਸੇ ਨੂੰ ਕੋਈ ਕਿਸੇ ਨੂੰ ਦਿੱਤਾ ਕੋਈ ਕਿਸੇ ਨੂੰ ਦਿੱਤਾ, ਕਈ ਮਹਿਕਮੇ ਆ ਉਹਦੇ ਵਿੱਚ ਇੱਕ ਇੰਦਰ ਦੇਵਤਾ ਵਾ, ਮੀਂਹ ਪਾਉਣ ਦਾ ਕਾਰੋਬਾਰ ਇਹਦੇ ਕੋਲੇ ਹੈ, ਵਰਖਾ ਕਰਨ ਦਾ। ਤਾਂ ਮਹਾਰਾਜ ਸਾਹਿਬ ਜੀ ਦਾ ਤੇਜ ਵੇਖ ਕਰਕੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇਜ ਤਪ ਵੇਖ ਕੇ ਫਿਰ ਸਵਰਗ ਦਾ ਜਿਹੜਾ ਇੰਦਰ ਦੇਵਤਾ ਹੈ ਨਾ, ਦੇਵਤਿਆਂ ਦਾ ਰਾਜਾ, ਸੁਰਪਤ ਸੁਰਾਂ ਦਾ ਪਤੀ, ਦੇਵਤਿਆਂ ਦਾ ਰਾਜਾ, ਉਹ ਧਰਖਾ ਮੈਨੇ ਕੰਬਿਆ, ਹਿੱਲਿਆ ਉਸ ਮੌਕੇ ਤੇ। ਬਸ ਇੰਨਾ ਕਹਿਣ ਦੀ ਦੇਰ ਸੀ ਡੱਲੇ ਦੇ। ਆਕਾਸ਼ ਦੇ ਵਿੱਚ ਕਿੱਥੇ ਤਾਂ ਸਾਫ਼ ਆਕਾਸ਼ ਸੀ, ਹੁਣ ਬੱਦਲ ਛਾ ਗਏ। ਵੇਂਦਿਆਂ ਵੇਂਦਿਆਂ 4 ਚਫੇਰੇ ਕਾਲੀਆਂ ਘਟਾ ਛਾ ਗਈਆਂ। ਜਲ ਘੇਰਨ ਲਾਗੇ ਸਮੁਦਾਏ। ਬਹੁਤੇ ਬੱਦਲ ਆ ਗਏ ਤੇ ਬੱਦਲ ਫਿਰ ਮੀਂਹ ਪਾਉਣ ਲੱਗ ਪਏ। ਵੇਂਦਿਆਂ ਵੇਂਦਿਆਂ ਮੋਹਲੇ ਧਾਰ ਮੀਂਹ ਪੈਣ ਲੱਗ ਪਿਆ, ਜ਼ੋਰ ਦੀ ਵਰਖਾ ਹੋਣ ਲੱਗ ਪਈ। ਤੇ ਜਦੋਂ ਜ਼ੋਰ ਦਾ ਮੀਂਹ ਪੈ ਰਿਹਾ ਨਾ, ਫਿਰ ਸੁਭਾਏਮਾਨ ਮੁਖ ਤੋਂ ਬਹੁਤ ਹੱਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕਿਰਪਾਲੂ ਸਤਿਗੁਰੂ ਜੀ ਬੜੇ ਖੁਸ਼ ਹੋਏ। ਉਸ ਮੌਕੇ ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਜੋ ਆਸਾ ਕੀ ਵਾਰ ਦੇ ਵਿੱਚ ਹੈ, ਉਹ ਆਪਣੇ ਮੁਖਾਰਮਿੰਦ ਤੋਂ ਸਾਰਾ ਪੜਿਆ ਫਿਰ ਦਸਵੇਂ ਪਾਤਸ਼ਾਹ ਦਸ਼ਮੇਸ਼ ਪਾਤਸ਼ਾਹ ਜੀ ਨੇ। ਇਹ ਹਜ਼ਾਰਾਂ ਲੋਕ ਇਕੱਠੇ ਹੋ ਕੇ ਆਏ ਸੀ ਮੀਂਹ ਪਾਉਣ ਦੀ ਬੇਨਤੀ ਕਰਨ ਵਾਸਤੇ। ਉਹ ਸਾਰੇ ਹਜ਼ਾਰਾਂ ਲੋਕਾਂ ਨੇ ਤਮਾਸ਼ਾ ਵੇਖਿਆ ਮਹਾਰਾਜ ਨੇ ਕਿਵੇਂ ਮੀਂਹ ਪਵਾਇਆ। ਇੰਦਰ ਨੂੰ ਜੁੱਤੀਆਂ ਭਰਵਾ ਕੇ ਤਾਂ ਮੀਂਹ ਪਰਵਾਇਆ ਮਹਾਰਾਜ ਸਾਹਿਬ ਨੇ, ਦਸਵੇਂ ਪਾਤਸ਼ਾਹ ਨੇ ਆਪਣੇ ਬਚਨ ਦੇ ਨਾਲ ਭਾਈ ਡੱਲੇ ਤੋਂ ਇਸ ਤਰ੍ਹਾਂ ਦਾ ਕੌਤਕ ਕਰਾ ਕੇ। ਇਹ ਸਾਰਾ ਤਮਾਸ਼ਾ ਹਜ਼ਾਰਾਂ ਲੋਕਾਂ ਨੇ ਵੇਖਿਆ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਆਪਣੀ ਰਸਨਾ ਤੋਂ ਇਹ ਸ਼ਲੋਕ ਪੜਿਆ ਹੈ। ਇਹ ਸ਼ਬਦ ਸਾਰਾ ਹੀ ਤੇ ਸਾਰੀ ਸੰਗਤ ਨੇ ਸੁਣਿਆ ਹੈ। ਪੜੋ ਸ਼ਲੋਕ। ਸਾਧ ਸੰਗਤ ਜੀ ਪ੍ਰੇਮ ਸਹਿਤ ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਜਿਹੜਾ ਸ਼ਲੋਕ ਦਸ਼ਮੇਸ਼ ਪਾਤਸ਼ਾਹ ਜੀ ਨੇ ਉਸ ਵੇਲੇ ਪੜਿਆ ਨਾ, ਸਾਬੋ ਕੀ ਤਲਵੰਡੀ ਤੇ, ਸਾਬੋ ਕੀ ਤਲਵੰਡੀ ਮਹਾਰਾਜ ਨੇ ਬੈਠਿਆ ਹੋਇਆ। ਇਹ ਆਸਾ ਕੀ ਵਾਰ ਦੇ ਵਿੱਚ ਹਰ ਰੋਜ਼ ਗੁਰੂ ਘਰ ਦੇ ਕੀਰਤਨੀਏ ਸ਼ਲੋਕ ਸਰਵਣ ਕਰਾਉਂਦੇ ਆ ਤੇ ਸਭ ਮਾਈ ਭਾਈ ਇੱਕ ਵਾਰੀ ਆਪਾਂ ਵੀ ਪ੍ਰੇਮ ਸਹਿਤ ਦੇ ਸ਼ਲੋਕ ਪੜ੍ਹੀਏ। ਭੈ ਵਿੱਚ ਪਵਨ ਵਹੈ ਸਾਧ ਵਾਓ, ਭੈ ਵਿੱਚ ਪਵਨ ਵਹੈ ਸਾਧ ਵਾਓ। ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਚੱਲਹਿ ਲੱਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਅਗਨ ਕੱਢੈ ਵੇਗਾਰ। ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ।
ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਭੈ ਵਿੱਚ ਸੂਰਜ ਭੈ ਵਿੱਚ ਚੰਦ। ਕੋਹ ਕਰੋੜੀ ਚਲਤ ਨ ਅੰਤ, ਕੋਹ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਸਿੱਧ ਬੁੱਧ ਸੁਰਨਾਥ। ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਆਡਾਣੇ ਆਕਾਸ। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਜੋਧ ਮਹਾਬਲ ਸੂਰ। ਭੈ ਵਿੱਚ ਆਵਹਿ ਜਾਵਹਿ ਪੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਸਗਲਿਆਂ ਭਉ ਲਿਖਿਆ ਸਿਰ ਲੇਖ, ਸਗਲਿਆਂ ਭਉ ਲਿਖਿਆ ਸਿਰ ਲੇਖ। ਨਾਨਕ ਨਿਰਭਉ ਨਿਰੰਕਾਰ ਸਚ ਏਕ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਜਦੋਂ ਜ਼ੋਰ ਦਾ ਮੀਂਹ ਪੈ ਰਿਹਾ, ਸਾਰੀ ਸੰਗਤ ਵੇਖ ਰਹੀ ਹੈ, ਉਸ ਮੌਕੇ ਤੇ ਦਸ਼ਮੇਸ਼ ਪਾਤਸ਼ਾਹ ਨੇ ਆਸਾ ਕੀ ਵਾਰ ਦਾ ਸੰਪੂਰਨ ਸ਼ਲੋਕ ਆਪਣੀ ਰਸਨਾ ਤੋਂ ਪੜ੍ਹਿਆ। ਗਰੀਬ ਨਵਾਜ ਸਾਹਿਬ ਜੀ ਨੇ। ਹੁਣ ਸਾਧ ਸੰਗਤ ਜੀ, ਆਪਾਂ ਇਸ ਸ਼ਲੋਕ ਦੇ ਸੰਖੇਪ ਰੂਪ ਦੇ ਵਿੱਚ ਅਰਥਾਂ ਦੀ ਵਿਚਾਰ ਕਿ ਇਸ ਸ਼ਲੋਕ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਕੀ ਉਪਦੇਸ਼ ਰੱਖਿਆ ਹੈ, ਸਰਵਣ ਕਰੀਏ। ਮਹਾਰਾਜ ਕਹਿੰਦੇ ਕਿ ਵਾਹਿਗੁਰੂ ਪਰਮੇਸ਼ਰ ਦੇ ਡਰ ਦੇ ਵਿੱਚ, ਭੈ ਨਾਮ ਡਰ ਦਾ, ਭੈ ਵਿੱਚ ਵਾਹਿਗੁਰੂ ਜੀ ਦੇ ਭੈ ਵਿੱਚ ਪਵਨ ਵਹੈ। ਜਿਹੜੀ ਹਵਾ ਹੈ ਇਹ ਸਦਵਾਉ ਸਦਾ ਹੀ ਵਗਦੀ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ, ਉਹਦੇ ਭੈ ਦੇ ਵਿੱਚ, ਡਰ ਦੇ ਵਿੱਚ। ਹਵਾ ਹੌਲੀ ਚੱਲੇ, ਤੇਜ਼ ਚੱਲੇ ਜਾਂ ਹਨੇਰੀ ਦੇ ਰੂਪ ਵਿੱਚ ਚੱਲੇ, ਜਿਸ ਤਰ੍ਹਾਂ ਦੀ ਵੀ ਸਦਾ ਵਗਦੀ ਹੈ, ਵਾਹਿਗੁਰੂ ਦੇ ਭੈ ਵਿੱਚ ਵਗਦੀ ਹੈ। ਇਹ ਆਪਣੇ ਆਪ ਨਹੀਂ ਕਿ ਹਵਾ ਕਦੀ ਮੱਠੀ ਹੋ ਜਾਂਦੀ ਹੈ ਜੀ, ਕਦੀ ਪੁਰੇ ਦੀ ਚੱਲ ਪਈ, ਕਦੀ ਪੱਛੋਂ ਦੀ ਚੱਲ ਪਈ, ਇਹ ਆਪਣੇ ਆਪ ਚੱਲ ਪੈਂਦੀ। ਆਪਣੇ ਆਪ ਕੁਝ ਵੀ ਨਹੀਂ ਹੁੰਦਾ। ਵਾਹਿਗੁਰੂ ਦੇ ਹੁਕਮ ਦੇ ਵਿੱਚ, ਉਹਦੇ ਭੈ ਦੇ ਵਿੱਚ, ਮਹਾਰਾਜ ਕਹਿੰਦੇ ਪ੍ਰਭੂ ਦੇ ਭੈ ਵਿੱਚ ਹਵਾ ਵਗਦੀ ਹੈ। ਕਿਉਂਕਿ ਹਵਾ ਆਪਣੇ ਆਪ ਤਾਂ ਪੈਦਾ ਹੀ ਨਹੀਂ ਹੋਈ। ਪੰਜੇ ਤੱਤ ਪਰਮੇਸ਼ਰ ਨੇ ਪੈਦਾ ਕੀਤੇ ਆ ਤੇ ਪੰਜਾਂ ਵਿੱਚੋਂ ਇੱਕ ਹਵਾ ਵਾ। ਤੇ ਇਹ ਹਵਾ, ਇਹ ਪਵਨ ਜਿੱਥੇ ਪੈਦਾ ਪਰਮੇਸ਼ਰ ਨੇ ਕੀਤੀ ਆ, ਇਹ ਵੀ ਕਈ ਪ੍ਰਕਾਰ ਦੀ ਆ, ਕੋਈ ਇਹਦਾ ਇੱਕ ਪ੍ਰਕਾਰ ਥੋੜਾ। ਕਿੰਨੇ ਪ੍ਰਕਾਰ ਦੀ ਪਵਨ ਹੈ। ਤਾਂ ਇਹ ਪਵਨ ਜਿਹੜੀ ਹੈ ਪਰਮੇਸ਼ਰ ਦੇ ਭੈ ਦੇ ਵਿੱਚ ਹੀ ਸਦਾ ਵਗਦੀ ਹੈ, ਸਦਾ ਚੱਲਦੀ ਹੈ। ਫਿਰ ਲੱਖਾਂ ਦਰਿਆ ਜਿਹੜੇ ਉਹ ਲੱਖਾਂ ਦੀ ਗਿਣਤੀ ਵਿੱਚ ਹਨ। ਇਹ ਥੋੜਾ ਕਿ 5-7 ਦਰਿਆ ਹੀ ਆ, 5-7 ਦਰਿਆ ਨਹੀਂ, ਦਰਿਆ ਵੀ ਲੱਖਾਂ ਵਾ ਵਾਹਿਗੁਰੂ ਦੀ ਸ੍ਰਿਸ਼ਟੀ ਦੇ ਵਿੱਚ। ਬਿਆਸ ਵਰਗੇ, ਸਤਲੁਜ ਵਰਗੇ, ਰਾਵੀ ਵਰਗੇ, ਚਨਾਬ ਵਰਗੇ, ਝੇਲਮ ਵਰਗੇ, ਤੇ ਕਿੰਨੀਆਂ ਨਦੀਆਂ ਵਾ, ਕੋਈ ਕਾਲੀ ਵੇਈ, ਕੋਈ ਚਿੱਟੀ ਵੇਈ, ਤੇ ਹੋਰ ਕਿੰਨੀਆਂ ਨਦੀਆਂ। ਇਹ ਲੱਖਾਂ ਦਰਿਆ ਵੀ ਆਪਣੇ ਆਪ ਨਹੀਂ ਪੈਦਾ ਹੋਏ ਤੇ ਆਪਣੇ ਆਪ ਨਹੀਂ ਚੱਲਦੇ, ਇਹ ਵੀ ਵਾਹਿਗੁਰੂ ਦੇ ਭੈ ਦੇ ਵਿੱਚ ਚੱਲਦੇ ਪਏ। ਜਿਵੇਂ ਪਰਮੇਸ਼ਰ ਇਹਨਾਂ ਨੂੰ ਚਲਾਉਂਦਾ ਵਾ, ਉਸ ਤਰ੍ਹਾਂ ਇਹ ਚੱਲਦੇ ਆ। ਜੇ ਉਹ ਥੋੜੇ ਚਲਾਉਂਦਾ, ਥੋੜੇ ਥੋੜੇ ਚੱਲਦੇ। ਜੇ ਉਹ ਭਰ ਕੇ ਚਲਾਉਂਦਾ ਹੈ, ਭਰ ਕੇ ਚੱਲਦੇ।
परमेश्वर के भै दे विच सदा ही चली जा रहे लखां दरिया, ते दरियाओ नाम समुद्र का भी हुंदा, समुद्र नूं भी कह देंगे। जिथे ये दरिया नदियां जाके समुद्र च पैंदियां ते वड्डे वड्डे जिहड़े समुद्र वा वो लखां समुद्र भी परमेश्वर के भै दे विच ही हन। फिर अग्नि तत्त अग, ये अग भी परमेश्वर के हुक्म दे विच उहदे डर दे विच सदा वास्ते वगारा कढ़दी फिरदी है। वगार वगार कहंदे सी ना अगे भी ये वगार कढ़न वास्ते आया जी, वगार कढ़न जाना जी, अज किसी का काम कराउण जाना, एक दूजे नाल काम कराउणा। तां जिहड़ी अग वा इह भी परमेश्वर के भै दे विच ही उहदे डर दे विच ही सारे काम करदी पई है। अग भी वगारा कढ़दी पई है। ते जिहड़ी धरती है इहदे उत्ते किन्ना भार है, भार विच दब्बी खलोती आ। ते इह भी वाहिगुरू दे भै दे विच आ साध संगत जी, उहदे डर दे विच। परमेश्वर किड्डा वड्डा। महाराज साहब जी ने सानू उपदेश दिता कि तुसीं किरत नूं माड़ा नहीं कहना, किरत दा सत्कार करना वा, पर सिमरन करते दा करना, करते दा। ये नहीं कि तुसीं हवा दी पूजा करन लग पाओ, जां अग दी पूजा करन लग पाओ, जां इसे तरह सूरज की पूजा करन लग पाओ, जां चंद की पूजा करन लग पाओ, जां दरियावां की पूजा करन लग पाओ। सानू दरियावां की पूजा करन वास्ते नहीं महाराज ने आख्या। उंज गरीब नवाज ने आख्या भी माड़ा किरत नूं नहीं कहना, ते किरत करते की पैदा की हुई, इसकी साफ सफाई ते सांभ संभाल रखनी चाहिए, साफ सफाई रखनी चाहिए। दरियावां की भी साफ सफाई होनी चाहिए, गंदा पानी नहीं पैना चाहिए वेई नदी दे विच। बाकी नदियां दरियावां नूं भी सफाई रखनी चाहिए, मरे पशु विच नहीं सुट्टने चाहिए, कूड़ा करकट नहीं विच सुट्टना चाहिए, गंदियां फैक्ट्रियां दा जरीला पानी विच नहीं पाउणा चाहिए, क्योंकि इहो जल पीण वास्ते वरतिया जांदा दरियावां दा। जिहड़ा कुछ लोकां ने ये पूजा कराउणी शुरू कराई सी ना, उन्होंने इस पक्ष तो कराई सी भी इस भै करके कोई इन्हां नदियां दरियावां दे विच गंदगी ना पावे। तां उन्होंने आख्या सी भी इन्हां नूं देवते करके पूजो, इन्हां दा सत्कार करो। पर महाराज साहब जी ने आख्या भी ये नदियां दरिया भी लखां की गिणती दे विच वाहिगुरू जी दे भै विच चलदे पए हन, और धरती जिहड़ी है ये भी परमेश्वर दे भै विच ही दब्बी खलोती है। किन्ना भार धरती दे उत्ते है, साडा बंदियां दा भार भी ये चुकदी है, 84 लाख जूनां दा भार इहदे उत्ते है। किन्ने धरती दे उत्ते आ कोठे कमरे बने हुए, इन्हां दा भार है। किन्ने दरिया वा, किन्नी बनस्पति आ, किन्ने पर्बत पहाड़ पत्थर वा, सारियां दा भार धरती दे उत्ते है। ते फिर इन्ना भार किवें झल्ली खलोती है? महाराज कहंदे भै विच है, वाहिगुरू दे डर दे विच है, भै विच धरती दब्बी भार, परमेश्वर दे भै दे विच डर दे विच ये धरती जिहड़ी भार नाल दब्बी खलोती है। कदे कदे परमेश्वर पुछ भी लैंदे आ धरती नूं। ये सारे जिहड़े ना इन्हां नाल गल वाहिगुरू कर लैंदे आ, सानूं नहीं इन्हां दी समझ आउंदी कि ना असीं गल कर सकदे इन्हां नाल। परमेश्वर कर लैंदे गल, वो धरती नाल भी कर लैंदे, पानी नाल भी कर लैंदे, हवा नाल भी कर लैंदे, उन्हां पैदा कीता सारा कुछ। भाई गुरदास साहब जी ने वारां च लिखिया, सतगुरु नानक देव साहब महाराज दे प्रकाश धारण तो पहलां दी दास्तान। परमेश्वर पुछण लगे भी धरतीए दस तेरे ते भार किहदा वा, तेरे ते किहदा भार आ, तेरा भार हौला कर दईए। पशुआं पंछियां दा, 84 लाख जूनां दा, दरख्तां दा, पर्वतां पहाड़ां दा, किलियां दा, किहदा भार तेरे ते? ते भाई साहब कहंदे धरती ने आख्या मेरे ते होर किसे दा भार नहीं, भार वा ते उन्हां बंदियां दा भार वा जिन्हां नूं तुसीं 84 लाख जून दे सरदार बनाया, मनुष्य बनाया, मनुख बना के भेजिया, ते उन्होंने परमेश्वर वाहिगुरू तेरे सारे परोपकारां नूं भुला के तेरा कदी शुकराना ही नहीं कीता। जेड़े निशुकरे लोग वा ते तैनूं नहीं याद करदे, उन्हां अकिरत कणां दा मेरे ते भार आ, मेरे ते पहाड़ां दा भी भार नहीं हैगा, मेरे उत्ते दरख्तां दा भार नहीं, मेरे उत्ते किलियां दा भार नहीं। भाई साहब ने वारां दे विच जिक्र कीता, भाई गुरदास साहब जी ने, ना ते सुभारे पर्वतां असमान कहंदे,
ਨਾ ਤਿਸ ਭਾਰੇ ਕੋਟਗੜ ਘਰ ਬਾਹਰ ਦਿਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ। ਅਖੀਰਲੀ ਪੰਕਤੀ ਚ ਆਖਿਆ ਭਾਰੇ ਭੂਈ ਅਕਿਰਤ ਘਾਣ ਮੰਦੇ ਹੂੰ ਮੰਦੇ। ਧਰਤੀ ਨੇ ਆਖਿਆ ਹੋਰ ਕਿਸੇ ਵਸਤੂ ਦਾ ਮੈਨੂੰ ਭਾਰ ਨਹੀਂ ਲੱਗਦਾ। ਹੇ ਵਾਹਿਗੁਰੂ, ਜੇ ਭਾਰ ਲੱਗਦਾ ਤੇ ਅਕਿਰਤ ਘਣ ਲੋਕਾਂ ਦਾ ਭਾਰ ਲੱਗਦਾ, ਜਿਹੜੇ ਤੇਰੇ ਕੀਤੇ ਪਰ ਉਪਕਾਰਾਂ ਨੂੰ ਭੁਲਾ ਹੀ ਦਿੱਤਾ, ਕਦੀ ਤੈਨੂੰ ਚੇਤਾ ਹੀ ਨਹੀਂ ਕਰਦੇ। ਸਾਰਾ ਕੁਝ ਤੇਰਾ ਦਿੱਤਾ, ਖਾਂਦੇ ਪਹਿਨਦੇ ਭੋਗਦੇ ਹੰਡਾਉਂਦੇ ਆ ਵਰਤਦੇ ਆ, ਪਰ ਫਿਰ ਤੈਨੂੰ ਯਾਦ ਨਹੀਂ ਕਰਦੇ। ਉਹਨਾਂ ਲੋਕਾਂ ਦਾ ਮੇਰੇ ਤੇ ਭਾਰ। ਤੇ ਮਹਾਰਾਜ ਸਾਹਿਬ ਇੱਥੇ ਕਹਿੰਦੇ ਆ ਭੈ ਵਿੱਚ ਧਰਤੀ ਦੱਬੀ ਭਾਰ, ਪਰ ਪਰਮੇਸ਼ਰ ਦੇ ਡਰ ਦੇ ਵਿੱਚ ਭੈ ਵਿੱਚ ਇਹ ਧਰਤੀ ਵੇਖੋ ਭਾਰ ਦੇ ਨਾਲ ਦੱਬੀ ਖਲੋਤੀ ਆ, ਪਰ ਫਿਰ ਵੀ ਕਿਸੇ ਪਾਸੇ ਨਿਗਰਦੀ ਨਹੀਂ। ਇਹ ਵਾਹਿਗੁਰੂ ਦੇ ਡਰ ਵਿੱਚ ਖਲੋਤੀ ਹੋਈ ਹੈ। ਇੰਦ ਨਾਮ ਸਾਧ ਸੰਗਤ ਜੀ ਬੱਦਲਾਂ ਦਾ, ਇੰਦ ਨਾਮ ਇੰਦਰ ਦੇਵਤੇ ਦਾ। ਕਿ ਬੱਦਲ ਜਿਹੜੇ ਉਹ ਸਿਰ ਪਰਨੇ ਹੋ ਕਰਕੇ ਪਾਣੀ ਦਾ ਭਾਰ ਚੁੱਕ ਕੇ ਤੁਰੇ ਫਿਰਦੇ, ਪਾਣੀ ਦਾ ਭਾਰ ਚੁੱਕ ਕੇ ਬੱਦਲ ਜਿਹੜੇ ਸਿਰ ਪਰਨੇ ਤੁਰੇ ਫਿਰਦੇ, ਤੇ ਉਹ ਵੀ ਵਾਹਿਗੁਰੂ ਦੇ ਭੈ ਦੇ ਵਿੱਚ, ਪਰਮੇਸ਼ਰ ਦੇ ਡਰ ਦੇ ਵਿੱਚ ਸਿਰ ਭਾਰ ਹੋ ਕਰਕੇ ਇੰਦਰ ਦੇਵਤਾ ਵੀ ਫਿਰਦਾ ਹੈ। ਇਹ ਰਾਜਾ ਧਰਮ ਇਕੱਠਾ ਪਾਠ ਹੈ, ਦੁਆਰ ਵੱਖਰਾ ਕਰਕੇ ਬੋਲੀਦਾ ਹੈ। ਫਿਰ ਇਹਦਾ ਅਰਥ ਬਣਦਾ ਹੈ ਧਰਮ ਰਾਜਾ। ਦੁਆਰ ਵਾਹਿਗੁਰੂ ਦੇ ਦਰਵਾਜ਼ੇ ਤੇ ਪਰਮੇਸ਼ਰ ਦੇ ਭੈ ਦੇ ਵਿੱਚ ਖਲੋਤਾ ਹੋਇਆ ਹੈ। ਭੈ ਵਿੱਚ ਰਾਜਾ ਧਰਮ ਦੁਆਰ, ਪਰਮੇਸ਼ਰ ਵਾਹਿਗੁਰੂ ਜੀ ਦੇ ਦੁਆਰੇ ਉੱਤੇ ਧਰਮ ਰਾਜਾ ਵੀ ਉਹਦੇ ਡਰ ਵਿੱਚ ਹੀ ਖਲੋਤਾ ਹੈ। ਧਰਮ ਰਾਜਾ ਪਰਮੇਸ਼ਰ ਤੋਂ ਬਾਹਰ ਨਹੀਂ, ਉਹਦੇ ਭੈ ਦੇ ਵਿੱਚ ਉਹਨੇ ਖਿਲਾਰਿਆ ਡਿਊਟੀ ਲਾ ਕੇ ਵੀ ਤੇਰੀ ਡਿਊਟੀ ਹੋ ਇੱਥੇ ਖਲੋਤਾ ਕੰਮ ਕਰ। ਇਹ ਖਲੋਤਾ ਅਗਲਾ ਕਿ ਤੂੰ ਪਾਪੀਆਂ ਤੇ ਪੁੰਨੀਆਂ ਦਾ ਲੇਖਾ ਜੋਖਾ ਕਰਨਾ ਵਾ, ਤੇ ਹਿਸਾਬ ਕਿਤਾਬ ਕਰਕੇ ਜਿਹੜੇ ਪੁੰਨੀ ਉਹਨਾਂ ਨੂੰ ਇੱਧਰ ਨੂੰ ਘੱਲੀ ਜਾਣਾ, ਜਿਹੜੇ ਪਾਪੀ ਉਹਨਾਂ ਨੂੰ ਐਂ ਨੂੰ ਤੋਰੀ ਜਾਣਾ ਨਰਕਾਂ ਵੱਲ ਨੂੰ। ਤੇ ਉਹਨਾਂ ਦੇ ਕਰਕੇ ਹਿਸਾਬ ਕਿਤਾਬ ਤੇ ਜੂਨਾਂ ਚ ਪਾਈ ਚੱਲ। ਉਹਦੀ ਡਿਊਟੀ ਲਾਈ, ਹੱਥ ਜੋੜ ਕੇ ਖਲੋਤਾ ਵਿਚਾਰਾ। ਪਰਮੇਸ਼ਰ ਅੱਗੇ ਤੇ ਉਹ ਵੀ ਵਿਚਾਰਾ ਹੀ ਆ, ਉੱਥੇ ਉਹਨੂੰ ਵੀ ਹੱਥ ਜੋੜ ਕੇ ਖਲੋਣਾ ਪੈਂਦਾ, ਨਮਸਕਾਰਾਂ ਕਰਨੀਆਂ ਪੈਂਦੀਆਂ। ਇਸ ਕਰਕੇ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਉਹਨਾਂ ਦੀ ਤੇ ਵਾਹ ਵੱਲੇ ਨਹੀਂ ਵਹਿੰਦਾ ਧਰਮ ਰਾਜਾ, ਉਹਨਾਂ ਨੂੰ ਨਹੀਂ ਕੁਝ ਵੀ ਕਹਿੰਦਾ, ਉਹਨਾਂ ਨੂੰ ਤੇ ਹੱਥ ਜੋੜ ਕੇ ਨਮਸਕਾਰਾਂ ਕਰਦਾ, ਉਹਨਾਂ ਤੇ ਵਾਹ ਪੇਸ਼ ਨਹੀਂ ਜਾਂਦੀ। ਤਾੜਨਾ ਕਰਦਾ ਜਮਦੂਤਾਂ ਨੂੰ ਭੇਜਣ ਲੱਗਾ ਵੀ ਵੇਖਿਓ ਕਿਤੇ ਸਾਧੂਆਂ ਕੋਲੇ ਨਾ ਚਲੇ ਜਾਇਓ, ਵੇਖਿਓ ਕਿਤੇ ਸਾਧ ਸੰਗਤ ਦੇ ਵਿੱਚ ਨਾ ਚਲੇ ਜਾਇਓ, ਜਿਹੜੇ ਗੁਰੂ ਕੇ ਸਿੱਖ ਨਾਮ ਜਪਣ ਵਾਲੇ ਬਾਣੀ ਪੜ੍ਹਨ ਵਾਲੇ ਉਹਨਾਂ ਕੋਲੇ ਨਾ ਜਾਇਓ। ਜਮਦੂਤਾਂ ਨੇ ਆਖਿਆ ਕਿ ਧਰਮ ਰਾਜਾ ਜੀ ਉੱਥੇ ਕਿਉਂ ਨਾ ਜਾਈਏ? ਕਹਿੰਦਾ ਵੀ ਜੇ ਤੁਸੀਂ ਉੱਥੇ ਚਲੇ ਗਏ ਨਾ, ਤੁਹਾਨੂੰ ਵੀ ਬੰਨ ਲੈਣਾ ਜੇ ਤੇ ਮੈਨੂੰ ਵੀ ਬੰਨ ਲੈਣਾ, ਤੇ ਆਪਣੀ ਜੰਮਪੁਰੀ ਵੀ ਵੱਜ ਜਾਣੀ ਜੇ। ਨਾ ਫਿਰ ਮੈਂ ਛੁੱਟਣਾ, ਨਾ ਤੁਸੀਂ ਛੁੱਟਣਾ, ਨਾ ਜੰਮਪੁਰੀ ਛੁੱਟਣੀ ਹੈ। ਪਰਮੇਸ਼ਰ ਦੇ ਪਿਆਰਿਆਂ ਕੋਲੇ ਨਹੀਂ ਆਪਣਾ ਕੰਮ ਜਾਣਦਾ, ਉਹਨਾਂ ਦਾ ਸੰਬੰਧ ਸਿੱਧਾ ਵਾ ਉੱਪਰ, ਆਪਣੇ ਤੋਂ ਉੱਪਰ ਉਹਨਾਂ ਦਾ ਸੰਬੰਧ ਸਿੱਧਾ, ਆਪਾਂ ਥੱਲੇ ਆ। ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸ਼ਲੋਕ ਪੜ੍ਹਦੇ ਆਪਾਂ, ਉਹਦੇ 'ਚ ਇਹੀ ਵੀ ਆਖਿਆ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਪਰ ਇਹ ਉਹਨਾਂ ਦੀ ਗੱਲ ਆ ਜਿਹੜੇ ਨਿੱਤਾ ਪ੍ਰਤੀ ਵਾਹਿਗੁਰੂ ਦੀ ਕੀਰਤੀ ਕਰਦੇ। ਜਿੱਥੇ ਸਾਧੂ ਗੋਬਿੰਦ ਦਾ ਭਜਨ ਕਰਦੇ ਤੇ ਨਿਤ ਕੀਰਤਨ ਕਰਦੇ, ਉੱਥੇ ਨਾ ਜਾਇਓ ਜਮਦੂਤੋ। ਜੇ ਚਲੇ ਗਏ ਨਾ ਹੋ ਨਾ ਤੂੰ ਹੈ ਛੁੱਟਾ ਹੈ, ਨਿਕਟ ਨਾ ਜਾਈਓ ਦੂਤ। ਤੇ ਜੇ ਪਰਮੇਸ਼ਰ ਦੇ ਪਿਆਰੇ ਆਪ ਹੀ ਜਾਂਦੇ ਹੋਏ ਆ ਵੀ ਸੱਚਖੰਡ ਨੂੰ ਜਾ ਰਹੇ ਆ, ਗੁਰਪੁਰੀ ਨੂੰ ਜਾ ਰਹੇ ਆ, ਚਲੋ ਰਾਹ 'ਚ ਧਰਮ ਰਾਜੇ ਦੀ ਪੁਰੀ ਆਉਂਦੀ, ਉਹਨੂੰ ਵੀ ਮਿਲ ਕੇ ਚਲੇ ਜਾਈਏ। ਉੱਥੇ ਚਲੇ ਜਾਣ ਤੇ ਧਰਮ ਰਾਜਾ ਵੀ ਆਪਣਾ ਆਸਣ ਛੱਡ ਕੇ ਹੱਥ ਜੋੜ ਕੇ ਖਲੋ ਜਾਂਦਾ ਕਿ ਗੁਰੂ ਕੇ ਪਿਆਰਿਓ, ਵਾਹਿਗੁਰੂ ਦੇ ਪਿਆਰਿਓ, ਨਾਮ ਜਪਣ ਵਾਲਿਓ, ਸੇਵਾ ਸਿਮਰਨ ਕਰਨ ਵਾਲਿਓ, ਤੁਸੀਂ ਆਏ ਹੋ, ਜੀ ਆਇਆਂ ਨੂੰ। ਤੁਸੀਂ ਆ ਕੇ ਤੇ ਮੇਰੀ ਜੰਮਪੁਰੀ ਪਵਿੱਤਰ ਕਰ ਦਿੱਤੀ ਆ। ਇੱਥੇ ਤੇ ਪਾਪੀ ਆਉਂਦੇ, ਉਹਨਾਂ ਦਾ ਲੇਖਾ ਜੋਖਾ ਚੀਕ ਝਹਾੜਾ ਪਾਉਂਦੇ ਆਉਂਦੇ, ਸੰਗਲ ਪਾ ਕੇ ਲਿਆਈਦਾ ਉਹਨਾਂ ਨੂੰ। ਇੱਥੇ ਤੁਸੀਂ ਆਏ ਹੋ ਤੇ ਉਹਨਾਂ ਨੂੰ ਨਮਸਕਾਰਾਂ ਕਰਦਾ। ਪੰਜਵੇਂ ਪਾਤਸ਼ਾਹ ਦਾ ਹੀ ਬਚਨ ਹੈ, ਜਿਨ੍ਹਾਂ ਨੇ ਨਾਮ ਜਪਿਆ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਕਹਿੰਦਾ ਵੀ ਭਵਨ ਹੀ ਪਵਿੱਤਰ ਕਰ ਦਿੱਤੇ। ਤੇ ਇਹਦੇ ਤੋਂ ਦੂਸਰਾ ਉਲਟ
ਜਿਨ੍ਹਾਂ ਨੇ ਕਦੀ ਜ਼ਿੰਦਗੀ 'ਚ ਨਾਮ ਨਹੀਂ ਜਪਿਆ, ਪਾਪ ਹੀ ਕੀਤੇ, ਤੇ ਉਹਨਾਂ ਨੂੰ ਫਿਰ ਫੜ ਕੇ ਤੇ ਇਸ ਤਰ੍ਹਾਂ ਰਿੜਕਦਾ ਜਿਵੇਂ ਮਧਾਣੀ ਦਹੀਂ ਨੂੰ ਰਿੜਕ ਕੇ ਲੱਸੀ ਵੱਖਰੀ ਕਰਦੀ ਤੇ ਮੱਖਣ ਵੱਖਰਾ ਕਰਦੀ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਪਰਮੇਸ਼ਰ ਦੇ ਭੈ ਵਿੱਚ ਹੈ ਧਰਮ ਰਾਜਾ, ਭੈ ਵਿੱਚ ਰਾਜਾ ਧਰਮ ਦੁਆਰ। ਪਰਮੇਸ਼ਰ ਦੇ ਦਰਵਾਜ਼ੇ ਦੇ ਬਾਰ-ਬਾਰ ਉਹਦਾ ਵੱਖਰਾ ਦਫ਼ਤਰ ਦਿੱਤਾ ਹੈ ਉਹਨੂੰ, ਤੇ ਉਸ ਥਾਂ ਦੇ ਉੱਤੇ ਲੇਖਾ ਜੋਖਾ ਕਰਦਾ ਜੀਵਾਂ ਦਾ। ਤੋ ਪਰਮੇਸ਼ਰ ਦੇ ਡਰ ਵਿੱਚ ਹੈ, ਉਹ ਵੀ ਭੈ ਦੇ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ। ਮਹਾਰਾਜ ਕਹਿੰਦੇ ਸੂਰਜ ਆਪਣੇ ਆਪ ਨਹੀਂ ਬਣਿਆ ਗੁਰਸਿੱਖੋ, ਚੰਦਰਮਾ ਆਪੇ ਪੈਦਾ ਨਹੀਂ ਹੋ ਗਿਆ। ਇਹ ਸੂਰਜ ਤੇ ਚੰਦਰਮਾ ਇੱਕ ਨਹੀਂ। ਜਿੱਥੇ ਕਰੋੜਾਂ ਬ੍ਰਹਿਮੰਡ ਆ ਉੱਥੇ ਸੂਰਜ ਵੀ ਕਰੋੜਾਂ ਤੇ ਚੰਦਰਮਾ ਵੀ ਕਰੋੜਾਂ ਪੈਦਾ ਕੀਤੇ, ਤੇ ਪਰਮੇਸ਼ਰ ਨੇ ਬਣਾਏ ਪੈਦਾ ਕੀਤੇ, ਤੇ ਉਹਦੇ ਭੈ ਵਿੱਚ ਹੀ ਆ। ਇਹ ਆਪਣੇ ਆਪ ਨਹੀਂ ਚੜ੍ਹਦੇ ਤੇ ਅਸਤ ਹੁੰਦੇ, ਇਹ ਪਰਮੇਸ਼ਰ ਦੇ ਭੈ ਦੇ ਵਿੱਚ ਆ। ਸੂਰਜ ਤੇ ਚੰਦਰਮਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਵਾਹਿਗੁਰੂ ਦੇ ਡਰ ਵਿੱਚ ਹੈ ਸੂਰਜ, ਪਰਮੇਸ਼ਰ ਦੇ ਡਰ ਦੇ ਵਿੱਚ ਹੀ ਚੰਦਰਮਾ ਹੈ। ਇਹਨਾਂ ਨੂੰ ਵੀ ਡਰ ਹੈ ਵਾਹਿਗੁਰੂ ਦਾ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਰੋੜਾਂ ਕੋਹ ਪੈਂਡਾ ਤੈਅ ਕਰਦੇ ਆ। ਸੂਰਜ ਵੀ ਕਰੋੜਾਂ ਕੋਹ ਪੈਂਡਾ ਤੈਅ ਕਰਦਾ, ਤੇ ਚੰਦ ਵੀ ਕਰੋੜਾਂ ਕੋਹ ਪੈਦਾ ਕਰਦਾ, ਪੈਂਡਾ ਤੈਅ ਕਰਦਾ ਨਾ ਅੰਤ, ਪਰ ਫਿਰ ਵੀ ਕੋਈ ਅੰਤ ਨਹੀਂ ਹੈ। ਦਿਨੇ ਰਾਤ ਸਫ਼ਰ ਕਰੀ ਜਾਂਦੇ ਆ। ਸੂਰਜ ਵੀ ਦਿਨ ਰਵ ਚੱਲੇ, ਨਿਸ ਸੱਸ ਚੱਲੇ, ਤਾਰਕਾ ਲੱਖ ਪਲੋਏ। ਦਿਨੇ ਰਾਤ ਪੈਂਡਾ ਕਰੀ ਜਾਂਦੇ, ਸਫ਼ਰ ਕਰੀ ਜਾਂਦੇ। ਸਾਇੰਸ ਤਾਂ ਕਹਿੰਦੀ ਹੈ ਕਿ ਸੂਰਜ ਇੱਕੇ ਥਾਂ ਖਲੋਤਾ ਹੋਇਆ। ਵਿਗਿਆਨੀ ਕਹਿੰਦੇ ਆ ਦੁਨੀਆ ਵਾਲੇ, ਉਹ ਕਹਿੰਦੇ ਸੂਰਜ ਇੱਕ ਥਾਂ ਖਲੋਤਾ ਹੈ ਤੇ ਧਰਤੀ ਜਿਹੜੀ ਇਹ ਚੱਕਰ ਕੱਟਦੀ ਹੈ। ਕਹਿੰਦੇ ਵੀ ਇਹ ਆਪਣੇ ਦੁਆਲੇ ਇੱਕ ਚੱਕਰ ਕੱਟਦੀ ਹੈ, ਤੇ ਉਦੋਂ ਦਿਨ ਰਾਤ ਹੁੰਦੀ ਹੈ। ਜਦੋਂ ਘੁੰਮਦੀ ਸੂਰਜ ਦਾ ਇੱਕ ਚੱਕਰ ਕੱਟ ਲੈਂਦੀ ਤੇ ਉਦੋਂ ਸਾਲ ਹੋ ਜਾਂਦਾ। ਸਾਇੰਸ ਇਸ ਤਰ੍ਹਾਂ ਕਹਿੰਦੀ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਧਰਤੀ ਵੀ ਇਕੱਲੀ ਘੁੰਮਦੀ, ਸੂਰਜ ਵੀ ਕਰੋੜਾਂ ਕੋਹ ਚੱਲਦਾ, ਚੰਦਰਮਾ ਵੀ ਕਰੋੜਾਂ ਕੋਹ ਚੱਲਦਾ। ਇਹ ਪੈਂਡਾ ਸਫ਼ਰ ਤੇ ਪਰਮੇਸ਼ਰ ਦੇ ਡਰ ਵਿੱਚ ਆ। ਇਸ ਕਰਕੇ ਸਾਨੂੰ ਨਹੀਂ ਆਖਿਆ ਵੀ ਤੁਸੀਂ ਸੂਰਜ ਨੂੰ ਮੱਥਾ ਟੇਕੋ। ਕਈ ਲੋਕ ਟੇਕਦੇ ਆ ਮੱਥਾ, ਤੇ ਸਾਨੂੰ ਇਹ ਵੀ ਨਹੀਂ ਆਖਿਆ ਵੀ ਤੁਸੀਂ ਸੂਰਜ ਨੂੰ ਮਾੜਾ ਕਹੋ। ਅਸੀਂ ਮਾੜਾ ਵੀ ਨਹੀਂ ਕਹਿਣਾ, ਵਾਹਿਗੁਰੂ ਦੀ ਕਿਰਤ ਵਾ ਬਣਾਈ ਹੋਈ, ਪਰ ਸੂਰਜ ਨੂੰ ਮੱਥਾ ਟੇਕਣ ਵਾਸਤੇ ਨਹੀਂ ਆਖਿਆ, ਚੰਦ ਨੂੰ ਮੱਥਾ ਟੇਕਣ ਵਾਸਤੇ ਨਹੀਂ ਆਖਿਆ। ਫਿਰ ਮਹਾਰਾਜ ਕਿਸ ਨੂੰ ਨਮਸਕਾਰ ਕਰੀਏ? ਕਹਿੰਦੇ ਜਿਹੜਾ ਸੂਰਜਾਂ ਦਾ ਸੂਰਜ ਹੈ, ਜਿਹੜਾ ਚੰਦਰਮਾ ਦਾ ਚੰਦਰਮਾ, ਜਿਹਨੇ ਸੂਰਜ ਵਿੱਚ ਰੌਸ਼ਨੀ ਪਾਈ, ਜਿਹਨੇ ਚੰਦ ਵਿੱਚ ਚਾਨਣਾ ਪਾਇਆ। ਤੂੰ ਪੜਿਆ ਕਰ ਜਾਪ ਸਾਹਿਬ ਤੇ ਕਿਆ ਕਰ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਜੋ ਰਾਜਿਆਂ ਦਾ ਰਾਜਾ, ਇੰਦਰਾਂ ਦਾ ਇੰਦਰ, ਸੂਰਜਾਂ ਦਾ ਸੂਰਜ, ਚੰਦਰਮਾ ਦਾ ਚੰਦਰਮਾ, ਤੂੰ ਉਸ ਇੱਕ ਓੰਕਾਰ ਨੂੰ ਨਮਸਕਾਰ ਕਰ। ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਬਿਨਾਸੀ, ਤਿਹ ਪਰਮੇਸ਼ਰ ਜਾਨੋ। ਵਾਹਿਗੁਰੂ ਦੇ ਭੈ ਵਿੱਚ ਹੀ ਸੂਰਜ ਤੇ ਚੰਦ ਹਨ, ਤੇ ਕਰੋੜਾਂ ਕੋਹ ਚੱਲਦੇ ਹਨ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਜਿੰਨੇ ਵੀ ਸਿੱਧੀਆਂ ਵਾਲੇ ਸਿੱਧ, ਉਹ ਵੀ ਵਾਹਿਗੁਰੂ ਦੇ ਡਰ ਵਿੱਚ, ਭੈ ਵਿੱਚ ਆ, ਹੁਕਮ ਵਿੱਚ ਆ। ਬੁੱਧ ਅਵਤਾਰ ਆਦਿਕ, ਸੁਰ ਦੇਵਤੇ, ਨਾਥ, ਸੋ ਨੌ ਨਾਥ ਆਦਿਕ ਸਾਰੇ ਵਾਹਿਗੁਰੂ ਦੇ ਭੈ ਵਿੱਚ ਹਨ। ਭੈ ਵਿੱਚ ਆਡਾਣੇ ਆਕਾਸ਼, ਆਕਾਸ਼ ਸਾਰਾ ਆਡਾਣੇ ਅੱਡਿਆ ਹੋਇਆ, ਖਲੋਤਾ ਹੋਇਆ ਹੈ, ਇਹ ਵੀ ਵਾਹਿਗੁਰੂ ਦੇ ਭੈ ਦੇ ਵਿੱਚ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਭਗਉਤੀ ਕੀ ਵਾਰ 'ਚ ਕਹਿੰਦੇ ਆ ਕਿ ਪਰਮੇਸ਼ਰ ਵਾਹਿਗੁਰੂ ਜੀ ਨੇ ਆਕਾਸ਼ ਬਿਨਾਂ ਥੰਮਾਂ ਤੋਂ ਖਿਲਾ ਲਿਆ। ਬਿਨ ਥੰਮਾ ਗਗਨ ਰਹਾਇਆ, ਬਿਨਾਂ ਥੰਮਾਂ ਤੋਂ ਹੀ ਆਕਾਸ਼ ਖਿਲਾ ਰਿਹਾ ਹੋਇਆ, ਕੋਈ ਥੰਮ ਨਹੀਂ ਦਿੱਤੇ ਥੱਲੇ। ਆਕਾਸ਼ ਜਿਹੜਾ ਵਾਹਿਗੁਰੂ ਦੇ ਭੈ ਦੇ ਵਿੱਚ ਖਲੋਤਾ ਹੋਇਆ ਹੈ, ਅੱਡਿਆ ਹੋਇਆ ਹੈ। ਭੈ ਵਿੱਚ ਜੋਧ ਮਹਾਬਲ ਸੂਰ, ਪ੍ਰਭੂ ਦੇ ਡਰ ਦੇ ਵਿੱਚ ਹੀ ਵੱਡੇ ਵੱਡੇ ਯੋਧੇ, ਮਹਾਬਲੀ ਤੇ ਸੂਰਮੇ ਹਨ। ਭੈ ਵਿੱਚ ਆਵੇ ਜਾਵੇ ਕੂਦ, ਤੇ ਸੰਸਾਰ ਦੇ ਜੀ ਜੰਤੂ ਪੂਰਾਂ ਦੇ ਪੂਰ ਜਨਮ ਲੈ ਕੇ ਆਉਂਦੇ ਆ, ਪੂਰਾਂ ਦੇ ਪੂਰ ਹੀ ਮਰ ਕੱਸ ਕੇ ਇੱਥੋਂ ਜਾ ਰਹੇ ਆ, ਸਾਰੇ ਵਾਹਿਗੁਰੂ ਦੇ ਭੈ ਵਿੱਚ ਹੀ ਹਨ। ਸਗਲਿਆਂ ਭਾਉ ਲਿਖਿਆ ਸਿਰ ਲੇਖ, ਸਾਰਿਆਂ ਨੂੰ ਡਰ ਵਾ ਵਾਹਿਗੁਰੂ ਜੀ ਦਾ, ਤੇ ਸਾਰਿਆਂ ਦੇ ਸਿਰ ਉੱਤੇ ਲੇਖ ਲਿਖਿਆ ਹੋਇਆ। ਬਿਨਾਂ ਲੇਖ ਤੋਂ ਕੋਈ ਵੀ ਨਹੀਂ ਗਾ, ਹਰੇਕ ਦੇ ਮੱਥੇ ਤੇ ਲੇਖ ਲਿਖਿਆ ਹੋਇਆ।
लोहे की कलम नाल, लोहे की कलम नाल, आ संसारी लोहे की नहीं, हुक्म रूपी लोहे की कलम नाल। सब तो पक्का लोहा जिहड़ा वो हुक्म दा, हुक्म रूपी लोहे की कलम नाल करी लोह कलमन लिखियो लेख माथे। लोहे की कलम नाल मथे दे उत्ते वाहिगुरू परमेश्वर ने लेख लिखिया होया, जिसनों महाराज कहंदे हाथ कलम अगम मस्तक लेखावती। अगम्मी कलम वाहिगुरू दे हत्थ विच आ ते कल्ले कल्ले दे मथे ते लेख लिखिया होया। किहड़े दिन मरना वा वो दिन भी लिखिया होया, किन्ना सफर करना वो भी लिखिया होया, किन्ना खाना पीना वो भी लिखिया होया। लेखै चालै लेखै बैसे लेखै लैंदा साह, सब कुछ लेखे दे विच। सबना जियां सिर लेख तुराहू, बिन लेखै नहीं कोई जियो। धुर तो ही लेख लिखिया सारिया जियां दे सिर ते, बिना लेख तो कोई भी नहीं है। ये जिन्नियां दा जिक्र कीता श्लोक च महाराज कहंदे सगलिया भौ, सारियां नूं डर भी आ परमेश्वर दा, लिखिया सिर लेख ते सारियां दे सिर ते उहने लेख भी लिखिया होया है। नानक निर्भव निरंकार सच एक। महाराज कोई ऐसा भी है जिन्हों कोई डर ना होवे, कोई ऐसा भी है जिहदे सिर दे उत्ते लेख ना होवे। महाराज कहंदे वो तां एक ही आ, नानक निर्भव निरंकार सच एक। इक्को ही आ जिसनों डर किसे दा नहीं, जो निरंकार आकार तो बिना वा ते सच वा सदा ही सलामत आ। एक वो इक्को एक वा जिहदे सिर ते लेख कोई नहीं। परमेश्वर दे सिर ते नहीं कोई भी लेख, उन्हें सारियां दे सिर ते जरूर लिख दिता लेख। जिन एह लिखे तिस सिर ना है, जिन्हें सारियां दे सिर ते लेख लिखे आ ना, उहदे सिर उत्ते कोई भी लेख नहीं है। जिसने सारियां नूं अपना भय दिता होया, अपना डर दिता होया, अपने हुक्म विच सारियां नूं पैदा करके ते अपने भय च रखिया होया, उहदे सिर ते किसी का भी डर नहीं है, वो निरभव है। इस करके महाराज कहंदे गुर सिखो निरभव नूं जपिया करो, तुहाडा भी डर चुकिया जावेगा। निरभव जपै सगल भव मिटै, प्रभ किरपा ते प्राणी छुटै। जिन निरभव, जिन हर निरभव ध्याया जी, तिनका भव सब गवासी। जो कोई इस लोक सब पढ़ियो सुनायो। दशमेश पातशाह जी ने साबो की तलवंडी ये श्लोक पढ़िया ते सारियां नूं सुनाया। संगत के मन में पायो, सारी संगत दे मन विच पाया ये उपदेश गुरु जी दा। बरखा लागी बरन बनेरी, बहुत जोर दा मींह पैन लगा। गए सगनर घट सवेरी। उस वेले खुशियां लैके सब माई भाई अपने घरां नूं गए भी हुण नहीं काल पैंदा, हुण मींह पवाता। दशमेश पातशाह जी ने फसलां होणगीਆਂ, लहरां बहरां लग जाणगीਆਂ, बेअंत अनाज पैदा होवेगा, सब परिवार रज के छकांगे। धन गुरु गोबिंद सिंह महाराज ने इस तरह मींह पवाया। साध संगत जी साबो की तलवंडी गुरु जी के पवित्र इतिहास की विचार सांझी करदिआं होईयां भुल्लां चुक्कां दी सतगुरु जी गुर संगत जी खिमा देनी। देहो सज्जण असीस अड़ियां, ज्यों होवै साहिब स्यों मेल। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मैया तार। अंधकूप महाभयान नानक पारे उतार। आए प्रभ शरणागति कृपा निध दयाल। एक अखर हर मन बसत नानक होत निहाल। कथा निता प्रत होत है सुनहो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।